ਅੱਜ ਦੇ ਪ੍ਰਸੰਗ ਵਿੱਚ ਜੋ ਕਿ 19ਵੀਂ ਅਸ਼ਟਪਦੀ ਵਿੱਚ ਅਖੀਰਲੇ 4 ਅੰਕ ਅੱਜ ਪ੍ਰਸੰਗ ਵਿਚਾਰ ਅਧੀਨ ਹੈ। ਸਤਿਗੁਰੂ ਸਾਡੇ ਜੀਵਨ ਦੀ ਇੱਕ ਬੜੀ ਵੱਡੀ ਗਲਤੀ ਦਾ ਵਰਣਨ ਕਰ ਰਹੇ ਨੇ। ਉਹ ਸਾਰੀਆਂ ਗਲਤੀਆਂ ਨੂੰ, ਸਾਰੀਆਂ ਭੁੱਲਾਂ ਨੂੰ, ਸਾਰੇ ਪਾਪਾਂ ਨੂੰ ਇੱਕ ਥਾਂ ਤੇ ਇਕੱਠਾ ਕਰੀਏ। ਆਦਮੀ ਜਿੰਨੀਆਂ ਵੀ ਗਲਤੀਆਂ ਕਰ ਸਕਦਾ ਸਾਰੀਆਂ ਨੂੰ ਜੋੜ ਲਈਏ। ਸੰਸਾਰ ਵਿੱਚ ਜਿੰਨੀ ਪ੍ਰਕਾਰ ਦੇ ਗਲਤ ਕਾਰਜ ਹਨ ਉਹਨਾਂ ਸਾਰਿਆਂ ਨੂੰ ਇੱਕੋ ਥਾਂ ਤੇ ਜੋੜ ਦਈਏ। ਇੱਕ ਪਾਸੇ ਉਹ ਸਾਰੀਆਂ ਗਲਤੀਆਂ ਰੱਖੀਆਂ ਜਾਣ, ਇੱਕ ਪਾਸੇ ਇਹ ਗਲਤੀ ਰੱਖੀ ਜਾਏ ਜਿਹੜਾ ਅੱਜ ਜ਼ਿਕਰ ਕੀਤਾ ਹੈ, ਤੇ ਇੱਕੋ ਗਲਤੀ ਉਹਨਾਂ ਸਾਰੀਆਂ ਤੋਂ ਵੱਡੀ ਹੋ ਜਾਏਗੀ। ਉਹ ਕਿਹੜੀ ਭੁੱਲ ਹੈ, ਉਹ ਕਿਹੜੀ ਗਲਤੀ ਹੈ? ਸਤਿਗੁਰੂ ਨੇ ਇੱਕੋ ਪੰਕਤੀ ਵਿੱਚ ਕਹਿ ਦਿੱਤਾ, ਨਾਮ ਵਿਸਾਰ ਨਾਨਕ ਪਛਤਾਨਾ। ਭੁੱਲ ਜਾਣਾ ਸਭ ਤੋਂ ਵੱਡਾ ਪਾਪ। ਕਿਹਨੂੰ? ਆਪਣੇ ਆਪ ਨੂੰ ਤੇ ਆਪਣੇ ਬਣਾਉਣ ਵਾਲੇ। ਜਿਹਨੇ ਇਸ ਨੂੰ ਬਣਾਇਆ ਹੈ, ਜਿਹਦੇ ਵਿੱਚੋਂ ਇਹ ਜਨਮਿਆ, ਉਹਨੂੰ ਭੁੱਲਣਾ ਕਿੰਨਾ ਕੁ ਵੱਡਾ ਪਾਪ। ਕਿਉਂਕਿ ਇਹ ਬਣਤਰ ਉਸ ਤਰ੍ਹਾਂ ਦੀ ਨਹੀਂ। ਤੁਸੀਂ ਵੇਖੋ ਕਿ ਮਕਾਨ ਬਣਦਾ, ਬਣਾਉਣ ਵਾਲਾ ਚਲਾ ਜਾਂਦਾ, ਮਕਾਨ ਨੂੰ ਪਤਾ ਵੀ ਨਹੀਂ। ਮਕਾਨ ਦਾ ਤੇ ਬਣਾਉਣ ਵਾਲੇ ਦਾ ਰਿਸ਼ਤਾ ਨਾਤਾ ਕੋਈ ਗਹਿਰਾ ਨਹੀਂ ਹੈ। ਦੁਨੀਆ ਵਿੱਚ ਕਈ ਪ੍ਰਕਾਰ ਦੀਆਂ ਵਸਤੂਆਂ ਨੇ ਜਿਨ੍ਹਾਂ ਦਾ ਨਿਰਮਾਤਾ, ਜਿਨ੍ਹਾਂ ਦਾ ਬਣਾਉਣ ਵਾਲਾ ਉਹਦੇ ਤੋਂ ਅਲੱਗਾ ਹੋ ਜਾਂਦਾ। ਇਸ ਕਰਕੇ ਉਸ ਬਣੀ ਹੋਈ ਚੀਜ਼ ਨੂੰ ਬਣਾਉਣ ਵਾਲੇ ਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ। ਇੱਕ ਕੱਪੜਾ ਜਿਸ ਦਰਜੀ ਨੇ ਬਣਾਇਆ, ਉਸ ਕੱਪੜੇ ਨੂੰ ਦਰਜੀ ਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ। ਇੱਕ ਮਕਾਨ ਜਿਸ ਇੰਜੀਨੀਅਰ ਨੇ ਬਣਾਇਆ, ਮਕਾਨ ਨੂੰ ਉਹਦੀ ਲੋੜ ਨਹੀਂ, ਕਿਉਂਕਿ ਦੋਵਾਂ ਦੇ ਵਿੱਚ ਫਰਕ ਬੜਾ ਹੈ। ਬਣਾਉਣ ਵਾਲਾ ਮਾਸ ਮਿੱਟੀ ਦਾ ਬਣਿਆ, ਉਹਦੇ ਵਿੱਚ ਜਿੰਦ ਹੈ, ਉਹਦੇ ਵਿੱਚ ਸਵਾਸ ਨੇ, ਤੇ ਮਕਾਨ ਬਣਿਆ ਇੱਟਾਂ ਦਾ, ਸਾਂਝ ਕੋਈ ਨਹੀਂ ਹੈ। ਪਰ ਜਿਸ ਅਕਾਲ ਪੁਰਖ ਨੇ ਸਾਨੂੰ ਘੜਿਆ, ਉਹਦੇ ਵਿੱਚ ਤੇ ਸਾਡੇ ਵਿੱਚ ਇਹ ਕਹੀਏ ਵੀ ਸਾਂਝ ਬੜੀ, ਇਹ ਵੀ ਗਲਤੀ ਹੋਵੇਗੀ। ਸਾਂਝ ਸ਼ਬਦ ਵੀ ਛੋਟਾ ਰਹਿ ਜਾਂਦਾ, ਉਹਦੇ ਨਾਲ ਸਾਡੀ ਸਾਂਝ ਨਹੀਂ, ਇੱਕ ਸਾਰਤਾ ਹੈ। ਇੱਕ ਸਾਰਤਾ ਦਾ ਮਤਲਬ ਜਿਵੇਂ ਦਾ ਉਹ ਹੈ ਉਵੇਂ ਦੇ ਅਸੀਂ ਉਹਦੇ ਤੋਂ ਵੱਖ ਹੋ ਹੀ ਨਹੀਂ ਸਕਦੇ। ਉਹ ਸਾਡੇ ਵਿੱਚ ਵਹਿ ਰਿਹਾ, ਅਸੀਂ ਉਹਦੇ ਵਿੱਚ ਵਹਿ ਰਹੇ ਹਾਂ। ਤੇ ਜਿਨ੍ਹਾਂ ਪੈਰਾਂ ਤੇ ਮਨੁੱਖ ਖੜਾ ਹੈ, ਤੁਸੀਂ ਵੇਖੋਗੇ ਜਦੋਂ ਤੁਰਨਾ ਹੋਵੇ ਤੇ ਪੈਰਾਂ ਦਾ ਧਿਆਨ ਕਰਨਾ ਪੈਂਦਾ। ਧਿਆਨ ਤੋਂ ਬਿਨਾਂ ਪੈਰ ਚੁੱਕਿਆ ਨਹੀਂ ਕਿ ਠੇਡਾ ਲੱਗਾ ਨਹੀਂ। ਧਿਆਨ ਕਰੋ, ਕਿਉਂਕਿ ਪੈਰਾਂ ਨੇ ਤੁਰਨਾ, ਸਰੀਰ ਨੂੰ ਚੁੱਕ ਕੇ ਲੈ ਕੇ ਜਾਣਾ। ਧਿਆਨ ਤੋਂ ਬਿਨਾਂ ਇੱਕ ਵੀ ਪੈਰ ਸੱਟ ਦਾ ਕਾਰਨ ਬਣਦਾ, ਦਰਦ ਦਾ ਕਾਰਨ ਬਣਦਾ। ਜਿਸ ਪਰਮਾਤਮਾ ਦੇ ਉੱਤੇ ਅਸੀਂ ਖੜੇ ਹਾਂ, ਉਹਦਾ ਧਿਆਨ ਨਾ ਕੀਤਾ ਤੇ ਫਿਰ ਸੱਟਾਂ ਹੀ ਨੇ ਜ਼ਿੰਦਗੀ ਵਿੱਚ, ਹੋਰ ਕੀ ਆਵੇਗਾ। ਜਿਹਦੇ ਉੱਤੇ ਤੁਰ ਰਹੇ ਹਾਂ, ਪੈਰਾਂ ਦਾ ਧਿਆਨ ਕੋਈ ਨਹੀਂ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਵੇਖ ਕੇ ਤੁਰੀ। ਵੇਖ ਕੇ ਤੁਰਨ ਦਾ ਮਤਲਬ ਧਿਆਨ ਨਾਲ ਤੁਰੀ। ਧਿਆਨ ਵਿੱਚੋਂ ਨਿਕਲਿਆ ਨਹੀਂ ਕਿ ਠੇਡਾ ਲੱਗਾ ਨਹੀਂ। ਦਰਦ ਸਰੀਰ ਨੂੰ ਹੋਏਗੀ, ਚੋਟ ਪੈਰਾਂ ਨੂੰ ਲੱਗੇਗੀ। ਸਤਿਗੁਰੂ ਕਹਿੰਦੇ ਤੇਰਾ ਨਾਮ ਆਧਾਰ ਹੈ। ਆਧਾਰ ਦੇ ਅਰਥ ਨੇ ਪੈਰ, ਨੀ ਸਾਚ ਨਾਮ ਆਧਾਰ ਮੇਰਾ। ਗੁਰੂ ਅਮਰਦਾਸ ਜੀ ਕਹਿੰਦੇ ਇੱਥੇ ਇਹ ਨਹੀਂ ਕਹਿ ਰਹੇ ਵੀ ਨਾਮ ਕੋਈ ਵੱਖਰੀ ਚੀਜ਼ ਹੈ, ਉਹਨੂੰ ਤੂੰ ਯਾਦ ਕਰ। ਸਤਿਗੁਰੂ ਇਹ ਕਹਿੰਦੇ ਨੇ ਇਹ ਤੇਰੇ ਪੈਰ ਨੇ। ਇਹ ਸ਼ਬਦ ਥੋੜ੍ਹੇ ਜਿਹਾ ਬੇਅਦਬੀ ਵਾਚਕ ਨਾ ਲੱਗਣ। ਉਦਾਹਰਨ ਮੈਂ ਦੇ ਰਿਹਾ ਵੀ ਪੈਰ ਨੇ। ਪੈਰ ਦਾ ਮਤਲਬ ਨੀ ਦਾ ਮਤਲਬ ਆਧਾਰ। ਉਹਦੇ ਉੱਤੇ ਅਸੀਂ ਖੜੇ ਹਾਂ ਤੇ ਤੁਰਨ ਲੱਗਿਆਂ ਪੈਰ ਦਾ ਧਿਆਨ ਜ਼ਰੂਰ ਚਾਹੀਦਾ ਹੈ, ਤੇ ਪੈਰਾਂ ਨੂੰ ਅਸੀਂ ਬਚਾ ਕੇ ਰੱਖਣੇ। ਇਸੇ ਤਰ੍ਹਾਂ ਅਕਾਲ ਪੁਰਖ ਤੇ ਸਾਡਾ ਸਾਰਾ ਜੀਵਨ ਖੜਾ ਹੈ।
ਤੇ ਆਪਣੇ ਪੈਰਾਂ ਨੂੰ ਭੁੱਲ ਕੇ ਅਸੀਂ ਜਦੋਂ ਤੁਰਨੇ ਆ, ਰੱਬ ਨੂੰ ਭੁੱਲ ਕੇ ਤੁਰਨੇ ਆ, ਫਿਰ ਠੇਡੇ ਆਪਣੇ ਆਪ ਲੱਗਣੇ ਨੇ, ਕਿਸੇ ਤੋਂ ਪੁੱਛਣ ਦੀ ਲੋੜ ਹੀ ਨਹੀਂ ਹੈ। ਇਸ ਕਰਕੇ ਸਾਰੇ ਪਾਪ ਇਹਦੇ ਵਿੱਚ ਲੁਕੇ ਬੈਠੇ ਨੇ। ਭੁੱਲ ਜਾਣਾ, ਸਤਿਗੁਰੂ ਕਹਿੰਦੇ ਵਿਸਾਰੀ ਨਾ, ਬਸ ਇੱਕੋ ਹੀ ਜੀਵਨ ਦੀ ਦਵਾਈ ਹੈ। ਜਪ ਇਸ ਕਰਕੇ ਕਿ ਵਿਸਰੇ ਨਾ। ਹੁਣ ਉਹਨਾਂ ਚੀਜ਼ਾਂ ਨੂੰ ਗੁਰਬਾਣੀ ਦੇ ਵਿੱਚ ਉਲੇਖਿਆ ਗਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਕੰਮ ਕਰਨ ਦੇ ਨਾਲ ਤੂੰ ਭੁੱਲੇ ਨਾ, ਕਿਉਂਕਿ ਸਿੱਧਾ ਨਹੀਂ ਉਹ ਯਾਦ ਆਉਂਦਾ। ਜੇ ਕੋਈ ਵਿਚਾਰਵਾਨ ਸਮਝਾਦਾ ਉਹਨੂੰ ਚੇਤੇ ਕਰੋ। ਤੁਸੀਂ ਕੋਈ ਲੇਖ ਪੜ੍ਹ ਲਵੋ ਕਿ ਰੱਬ ਨੂੰ ਯਾਦ ਕਰੋ, ਜੋ ਮਰਜ਼ੀ ਕਰ ਲਈਏ ਚੇਤੇ ਵਿੱਚੋਂ ਨਿਕਲ ਜਾਏਗਾ, ਯਾਦ ਨਹੀਂ ਆਏਗਾ। ਯਾਦ ਕਰਨ ਦੇ ਦੋ ਹੀ ਸਾਧਨ ਦੱਸੇ ਸਤਿਗੁਰੂ ਨੇ। ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਬਹੁ ਜਿਨ੍ਹਾਂ ਦੀ ਯਾਦ ਵਿੱਚ ਵਹਿੰਦਾ ਪਿਆ, ਇਹ ਸਭ ਤੋਂ ਪਹਿਲਾ ਕੰਮ ਹੈ। ਦੂਜਾ ਕਿਹਾ ਵੀ ਨਾਮ ਜਪ, ਗੁਰਬਾਣੀ ਪੜ੍ਹ, ਸਿੱਖੀ ਕਮਾ। ਪਹਿਲਾਂ ਕਈ ਸਾਧ ਸੰਗਤ, ਇਹ ਬੜੀ ਜ਼ਰੂਰੀ ਹੈ ਤੇ ਬੜੀ ਵਿਗਿਆਨਕ ਹੈ, ਖਿਆਲ ਰੱਖਣਾ। ਮੈਂ ਥੋੜ੍ਹੀਆਂ ਜਿਹੀਆਂ ਉਦਾਹਰਨਾਂ ਦੇ ਦਿਆਂ। ਕਿਉਂ ਵਾਰ-ਵਾਰ ਕਹਿੰਦੇ ਨੇ ਸਾਧ ਕੈ ਸੰਗ ਨਹੀਂ ਕਛ ਕਾਲ? ਇਹਦਾ ਕੀ ਕਾਰਨ ਹੈ? ਸਾਧੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਕਿਉਂ ਕਹੀ ਹੈ? ਇਹਦਾ ਇੱਕ ਬੜਾ ਵੱਡਾ ਸਰੀਰਕ ਵਿਗਿਆਨ ਹੈ, ਤੁਸੀਂ ਧਿਆਨ ਦੇਣਾ। ਤੁਸੀਂ ਕਦੀ ਵੇਖਣਾ ਕਿ ਇੱਕ ਆਦਮੀ ਕੋਲ ਅਸੀਂ ਗਏ, ਉਹਦੇ ਕੋਲ ਬੈਠੇ ਤੇ ਉਸ ਆਦਮੀ ਨੂੰ ਨੀਂਦ ਆ ਰਹੀ ਸੀ, ਵਿੱਚ ਵਿੱਚ ਉਬਾਸੀਆਂ ਲੈਂਦਾ ਸੀ, ਉਹਦੀਆਂ ਅੱਖਾਂ ਨਿੰਦਰਾਵਲੀਆਂ ਸਨ, ਕਦੀ ਕਦੀ ਝੋਕਾ ਭਰਦਾ ਸੀ ਜਿਵੇਂ ਸੌਂਦਾ ਹੈ। ਤੁਸੀਂ ਵੇਖੋ ਕਿ ਥੋੜ੍ਹੇ ਸਮੇਂ ਵਿੱਚ ਜਿਹੜੀ ਨੀਂਦ ਉਹਨੂੰ ਆ ਰਹੀ ਸੀ ਉਹ ਸਾਨੂੰ ਘੇਰਨ ਲੱਗ ਪਈ। ਵੇਖ ਕੇ ਨੀਂਦ ਆ ਜਾਏਗੀ ਉਹਦੇ ਵੱਲੋਂ। ਕਿਉਂ? ਕਾਰਨ ਕੀ ਹੈ? ਕਿਉਂਕਿ ਜਦੋਂ ਸਰੀਰ ਦੇ ਕੋਲ ਸਰੀਰ ਬਹਿੰਦਾ ਹੈ ਤੇ ਭਾਵੇਂ ਅਸੀਂ ਨਾ ਵੀ ਚਾਹੀਏ, ਇੱਕ ਸਰੀਰ ਦੂਜੇ ਸਰੀਰ ਦੀਆਂ ਤਰੰਗਾਂ ਨੂੰ ਖਿੱਚ ਲੈਂਦਾ ਆਪਣੇ ਵੱਲ, ਪੀਂਦਾ ਉਹਨਾਂ ਨੂੰ। ਇਸੇ ਕਰਕੇ ਤੁਸੀਂ ਵੇਖੋਗੇ ਜਦੋਂ ਅਸੀਂ ਬੱਸਾਂ ਵਿੱਚ ਸਫ਼ਰ ਕਰਨੇ ਆ, ਉਹਦੇ ਅੱਗੇ ਲਿਖਿਆ ਹੋਵੇਗਾ ਵੀ ਜੇ ਕਿਸੇ ਨੇ ਸੌਣਾ ਹੈ ਤੇ ਆ ਡਰਾਈਵਰ ਦੇ ਨਾਲ ਦੀ ਜਿਹੜੀ 1, 2 ਤੇ 3 ਨੰਬਰ ਸੀਟ, ਇਹਦੇ ਤੇ ਕੋਈ ਨਾ ਸਵੇ, ਪਿੱਛੇ ਜਾ ਕੇ ਸੌਂ। ਪੁੱਛੀਏ ਜੀ ਇਹਦਾ ਕੀ ਕਾਰਨ ਹੈ? ਡਰਾਈਵਰ ਦਾ ਇਹਦੇ ਨਾਲ ਕੀ ਸੰਬੰਧ? ਕਿਉਂਕਿ ਜੇ ਉਹਦੇ ਨਾਲ ਦੀ ਸੀਟ ਤੇ ਕੋਈ ਆਦਮੀ ਸੌਂਦਾ ਹੈ ਤੇ ਉਹਦੀਆਂ ਤਰੰਗਾਂ ਡਰਾਈਵਰ ਨੂੰ ਪ੍ਰਭਾਵਿਤ ਕਰਦੀਆਂ ਨੇ, ਉਹ ਵੀ ਸੌਂ ਸਕਦਾ ਉਹਦੇ ਵੱਲੋਂ। ਵੇਖ, ਸਰੀਰਾਂ ਦਾ ਇੰਨਾ ਜੋੜ ਹੈ ਆਪਸ ਵਿੱਚ। ਐਵੇਂ ਨਹੀਂ ਕਿ ਆ ਸੰਗਤ ਵੇਖ ਕੇ ਕਰੀ। ਜ਼ਰੂਰੀ ਨਹੀਂ ਅਸੀਂ ਕਿਸੇ ਨਾਲ ਬੋਲੀਏ, ਮਿੱਤਰਤਾ ਪਾਈਏ, ਵਾਰਤਾਲਾਪ ਕਰੀਏ। ਬਹਿਣ ਨਾਲ ਵੀ ਕਨੈਕਸ਼ਨ ਹੁੰਦਾ, ਸਰੀਰਾਂ ਦਾ ਸੰਬੰਧ ਬਣਦਾ ਹੈ। ਤੇ ਸੱਚਾਈ ਇਹ ਕਹਾਂ, ਬੋਲਣ ਨਾਲ ਕੋਈ ਸੰਬੰਧ ਨਹੀਂ ਹੁੰਦਾ, ਬਹਿਣ ਨਾਲ ਹੀ ਸੰਬੰਧ ਹੁੰਦਾ। ਬੋਲਣ ਨਾਲ ਸੰਬੰਧ ਨਹੀਂ ਬਣਦੇ, ਬੜੇ ਘੱਟ ਨੇ। ਨਾ ਬੋਲਣ ਨਾਲ, ਨਾ ਕਿਸੇ ਹੋਰ ਤਰੀਕੇ ਨਾਲ। ਜਿਹੜੇ ਗਹਿਰੇ ਸੰਬੰਧ ਨੇ ਉਹ ਚੁੱਪ ਕਰਕੇ ਬਹਿਣ ਨਾਲ ਬਣਦੇ ਨੇ, ਜੇ ਕਿਸੇ ਨੂੰ ਸਮਝ ਆ ਜਾਏ। ਜਿਹੜੇ ਬਹੁਤ ਘੱਟ ਬੋਲਦੇ ਨੇ ਉਹਨਾਂ ਦੇ ਸੰਬੰਧ ਬਹੁਤ ਗਹਿਰੇ ਹੋ ਜਾਂਦੇ ਨੇ ਸਾਧ ਸੰਗਤ ਵਿੱਚ ਗੁਰਮੁਖਾਂ ਨਾਲ। ਜਿਹੜੇ ਬਹੁਤੇ ਬੋਲਦੇ ਨੇ ਉਹਨਾਂ ਦੇ ਸੰਬੰਧ ਨਹੀਂ ਬਣਦੇ। ਇਸ ਕਰਕੇ ਸਰੀਰਾਂ ਦਾ ਸਰੀਰਾਂ ਨਾਲ ਸੰਬੰਧ ਹੈ। ਇੱਕ ਸਰੀਰ ਨੂੰ ਨੀਂਦ ਆਉਂਦੀ, ਦੂਜਾ ਕੋਲ ਬਵੇ ਉਹਨੂੰ ਨੀਂਦ ਆਵੇਗੀ। ਇੱਕ ਸਰੀਰ ਪ੍ਰਸ਼ਾਦਾ ਛਕ ਰਿਹਾ, ਦੂਜੇ ਨੂੰ ਭੁੱਖ ਨਹੀਂ ਲੱਗੀ ਤੇ ਉਹਨੂੰ ਵੇਖ ਕੇ ਅੰਦਰ ਭੁੱਖ ਜਾਗ ਪੈਗੀ। ਇਹ ਮੈਂ ਸਿਰਫ 1-2 ਉਦਾਹਰਨਾਂ ਦਿੱਤੀਆਂ ਨੇ। ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਸੰਕੇਤ ਮਿਲਦੇ ਨੇ ਸਰੀਰਾਂ ਦੇ ਸੰਬੰਧ ਵਿੱਚ, ਕਿ ਉਹ ਇੱਕ ਤੋਂ ਦੂਜੇ ਨੂੰ ਪਕੜਦੇ ਨੇ। ਇਸ ਕਰਕੇ ਸਤਿਗੁਰੂ ਨੇ ਕਿਹਾ ਕਿ ਜੀਵਨ ਦੀ ਸਭ ਤੋਂ ਵੱਡੀ ਗਲਤੀ ਭੁੱਲ ਜਾਣਾ। ਇਹਨੂੰ ਸੁਧਾਰਨ ਵਾਸਤੇ ਇੱਕੋ ਤਰੀਕਾ ਸਭ ਤੋਂ ਕਾਰਗਰ ਹੈ, ਕੋਲ ਉਹਨਾਂ ਦੇ ਬਹੁ ਜਿਨ੍ਹਾਂ ਨੂੰ ਯਾਦ ਪਿਆ ਹੁੰਦਾ ਹੈ। ਕਿਉਂਕਿ ਉਹਨਾਂ ਦੀਆਂ ਤਰੰਗਾਂ, ਉਹਨਾਂ ਦਾ ਸਰੀਰ ਤੇਰੇ ਨਾਲ ਜੁੜੇਗਾ, ਸੰਬੰਧ ਬਣੇਗਾ। ਤੇ ਫਿਰ ਤੈਨੂੰ ਬਿਨਾਂ ਯਤਨ ਤੋਂ ਨਾ ਜਪ, ਨਾ ਤਪ, ਨਾ ਘਾਲਣਾ, ਕੁਝ ਵੀ ਨਹੀਂ, ਕੁਝ ਕੀਤਾ ਹੀ ਨਹੀਂ। ਸਾਧ ਕੈ ਸੰਗ ਨਹੀਂ ਕਛ ਘਾਲ, ਬਸ ਬੈਠੇ ਕੋਲ। ਇਸ ਕਰਕੇ ਜਿੱਥੇ ਤੁਸੀਂ ਬੈਠਦੇ ਹੋ, ਭਾਵੇਂ ਇਹਦੇ ਵਿੱਚ ਕਈ ਪ੍ਰਕਾਰ ਦੇ ਸਰੀਰ ਹੁੰਦੇ ਨੇ, ਕਿਉਂਕਿ ਇਹ ਆਮ ਸੰਗਤ ਹੈ। ਇਹਦੇ ਵਿੱਚੋਂ ਫਿਰ ਸਤ ਸੰਗਤ ਚੁਣੀ ਜਾਂਦੀ, ਖਿਆਲ ਰੱਖਣਾ। ਗੁਰੂ ਸਾਹਿਬ ਨੇ ਸਤ ਸੰਗਤ ਦਾ ਕਨਸੈਪਟ ਬੜਾ ਲੰਮਾ ਦਿੱਤਾ ਹੈ।
ਸਿਰਫ ਇੱਥੋਂ ਤੱਕ ਸੀਮਤ ਨਹੀਂ ਕਿ ਜਿੱਥੇ ਦੀਵਾਨ ਸਜਦਾ ਹੈ ਉਹ ਹੀ ਸਤ ਸੰਗਤ, ਉਹਦੇ ਵਿੱਚੋਂ ਤੇ ਵੱਖਰੇ ਵੱਖਰੇ ਹੀਰੇ ਚੁਣੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਪਾਸੇ ਤੇ ਇਕੱਠੇ ਕਰ ਦਿੱਤਾ ਜਾਂਦਾ ਹੈ, ਫਿਰ ਉਹ ਆਪਣਾ ਕੰਮ ਕਰਦੇ। ਇੱਥੇ ਤੇ ਹਰ ਤਰ੍ਹਾਂ ਦਾ ਆ ਸਕਦਾ ਨਾ ਆਦਮੀ, ਇੱਕ ਬੜੇ ਚਿਰ ਦਾ ਆਉਂਦਾ ਹੈ, ਉਹਦੇ ਅੰਦਰ ਕਿਰਪਾ ਹੋ ਗਈ, ਇੱਕ ਪਹਿਲੇ ਦਿਨ ਆਇਆ। ਇਹਦੇ ਵਿੱਚ ਲਾਭ ਵੀ ਇਹ ਹੈ ਕਿ ਜਿਹੜੇ ਬਹੁਤ ਚਿਰ ਦੇ ਆਏ ਨੇ ਉਹਨਾਂ ਵਿੱਚ ਜਿਹੜੀਆਂ ਬਰਕਤਾਂ ਨੇ ਉਹ ਪਹਿਲੇ ਦਿਨ ਆਇਆਂ ਨਾਲ ਸੰਪਰਕ ਕਰ ਲੈਣ, ਸਾਂਝ ਬਣਾ ਲੈਣ, ਉਹਨਾਂ ਦਾ ਵੀ ਭਾਗ ਜਿਹੜਾ ਉੱਚਾ ਹੁੰਦਾ ਚਲਾ ਜਾਏ। ਇਹ ਬਰਕਤ ਸਾਰੀ ਗੁਰੂ ਦੀ ਹੈ। ਇਸ ਕਰਕੇ ਜਿਸ ਥਾਂ ਤੇ ਤੁਸੀਂ ਬਹਿੰਦੇ ਹੋ ਇਹਦੇ ਵਰਗਾ ਕੋਈ ਤਪ ਅਸਥਾਨ ਨਹੀਂ। ਸੰਗਤ ਵਿੱਚ ਬਹਿਣਾ, ਇਹਦੇ ਜਿੰਨਾ ਵੱਡਾ ਕੋਈ ਆਸ਼ਰਮ ਨਹੀਂ, ਇਹਦੇ ਜਿੰਨੀ ਵੱਡੀ ਕੋਈ ਸਮਾਧੀ ਨਹੀਂ। ਜੇ ਇਹਨੂੰ ਕੋਈ ਅਖਤਿਆਰ ਕਰ ਲੈ, ਜਾਚ ਆ ਜਾਏ ਬਹਿਣ ਦੀ ਵਿੱਚ, ਤਾਂ ਇੱਥੇ ਬਹੁਤ ਕੁਝ ਵਰਤਦਾ ਹੈ। ਤੁਸੀਂ ਕਦੀ ਧਿਆਨ ਕਰੋ ਕਿ ਇੱਕ ਥਾਂ ਤੇ 20 ਸਾਲ ਤੋਂ ਦੀਵਾਨ ਸਜਦਾ ਹੈ, ਕਦੀ ਸੋਚੋ ਵੀ 20 ਸਾਲਾਂ ਵਿੱਚ ਉੱਥੇ ਕਿੰਨੀ ਬਾਣੀ ਪੜ੍ਹੀ ਗਈ ਹੋਵੇਗੀ, ਕਿੰਨੀ ਵਾਰੀ ਜਪਜੀ ਸਾਹਿਬ ਪੜ੍ਹਿਆ ਗਿਆ, ਹਜ਼ਾਰਾਂ ਵਾਰੀ, ਲੱਖਾਂ ਵਾਰੀ। ਉੱਥੇ ਹਰ ਰੋਜ਼ ਜੇ 200 ਸਰੀਰ ਵੀ ਬਹਿੰਦਾ ਹੈ ਤੇ 20 ਸਾਲਾਂ ਵਿੱਚ ਕਿੰਨੇ ਸਰੀਰ ਬਣੇ, ਉਹਨਾਂ ਦੀਆਂ ਸਾਰੀਆਂ ਤਰੰਗਾਂ ਜਿਹੜੀਆਂ ਨੇ ਨਾਮ ਦੀਆਂ ਉੱਥੇ ਲੁਕੀਆਂ ਪਈਆਂ ਨੇ। ਐਵੇਂ ਨਹੀਂ, ਇਹ ਥਾਂ ਪਵਿੱਤਰ, ਇਹਦੇ ਵਿੱਚ ਬਰਕਤ ਹੈ, ਥਾਂ ਹੈ। ਇਸ ਕਰਕੇ ਸਤ ਸੰਗਤ ਦਾ ਬਹੁਤ ਵੱਡਾ, ਮੈਂ ਬੇਨਤੀ ਜਿਹੜਾ ਵਿਸ਼ਾ ਲੈ ਰਿਹਾ ਸੀ, ਯਾਦ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ ਸਾਧ ਸੰਗਤ, ਤੇ ਇਹਦੇ ਤੋਂ ਅੱਗੇ ਹੈ ਫਿਰ ਨਿਤਨੇਮ, ਬਾਣੀ ਪੜ੍ਹਨੀ ਤੇ ਸਿਮਰਨ ਕਰਨਾ। ਇਹ ਦੋ ਚੀਜ਼ਾਂ ਸਤਿਗੁਰੂ ਨੇ ਸਾਨੂੰ ਦਿੱਤੀਆਂ। ਕਹਿਣ ਲੱਗੇ ਖਿਆਲ ਕਰੀ, ਹੁਣ ਉਹ ਚੀਜ਼ਾਂ ਦੱਸਦੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਭੁੱਲਦਾ ਹੈ, ਜਿਨ੍ਹਾਂ ਨਾਲ ਸਾਨੂੰ ਚੇਤਾ ਨਿਕਲ ਜਾਂਦਾ ਹੈ ਪਰਮਾਤਮਾ ਦਾ। ਔਰ ਇਹਨਾਂ ਚੀਜ਼ਾਂ ਦਾ ਖੰਡਨ ਨਹੀਂ ਕਰ ਰਹੇ, ਇਹਨਾਂ ਦੇ ਵਿੱਚ ਰਹਿ ਕੇ ਯਾਦ ਕਰਨ ਦੀ ਕਲਾ ਸਿਖਾ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਹਜ਼ੂਰ ਕਹਿੰਦੇ ਸੰਗ ਨਾ ਚਾਲਸ ਤੇਰੇ ਧਨਾ। ਸਭ ਤੋਂ ਪਹਿਲਾਂ ਮਨੁੱਖ ਕਿਹਨੂੰ ਵੇਖ ਕੇ ਭੁੱਲਦਾ? ਧਨ ਨੂੰ ਵੇਖ ਕੇ, ਮਾਇਆ ਦੇ ਧਿਆਨ ਵਿੱਚ ਰਹਿੰਦਾ। ਹੁਣ ਇਹ ਮਾਇਆ ਕਈ ਪ੍ਰਕਾਰ ਦੀ ਹੈ, ਸਤਿਗੁਰੂ ਨੇ ਕਈ ਥਾਵਾਂ ਤੇ ਗਿਣੀ, ਰੋਕਿਆ ਨਹੀਂ। ਕਹਿੰਦੇ ਜਿੱਦਣ ਤੂੰ ਇਹਨੂੰ ਵੇਖ ਕੇ ਭੁੱਲੇ ਨਾ ਉਦਣ ਵਰਤ ਲਈ, ਉਸ ਤੋਂ ਪਹਿਲਾਂ ਤੂੰ ਇਹਦੀ ਵਰਤੋਂ ਨਾ ਕਰੀ, ਬਚ ਕੇ। ਸਤਿਗੁਰੂ ਨੇ ਮਕਾਨ ਦੀ ਮਾਇਆ, ਇਸਤਰੀ ਮਾਇਆ, ਚੇਤਨ ਮਾਇਆ, ਰਿੱਧੀਆਂ ਸਿੱਧੀਆਂ ਦੀ ਮਾਇਆ, ਕਈ ਪ੍ਰਕਾਰ ਦੀ ਗਿਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦੇ ਵਿੱਚ ਸਾਹਿਬ ਕਹਿੰਦੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਕਾਨ ਬੜਾ ਸੋਹਣਾ, ਵਿੱਚੋਂ ਸੁਗੰਧੀਆਂ ਹੁੰਦੀਆਂ ਨੇ, ਬੜਾ ਸੋਹਣਾ ਚਮਕਦਾ। ਇਹ ਇੱਕ ਪ੍ਰਕਾਰ ਦੀ ਮਾਇਆ ਹੈ। ਦੂਸਰਾ ਰਾਗ ਰੰਗ ਵੇਖਣੇ, ਮੋਹਣੀ ਤਾਂ ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ। ਤੀਜੀ ਮਾਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਹੀ, ਕਹਿੰਦੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਓ, ਕੋਲ ਤਾਕਤ ਹੋਈ ਅਹੁਦਾ ਹੋਇਆ। ਇਹ ਵੀ ਇੱਕ ਮਾਇਆ ਹੈ। ਤੇ ਇੱਕ ਚੌਥੀ ਪ੍ਰਕਾਰ ਦੀ ਮਾਇਆ ਹੈ ਜਿਸ ਨੂੰ ਕਹਿੰਦੇ ਨੇ ਈਸ਼ਵਰੀਆ ਮਾਇਆ। ਪਹਿਲੀ ਜੜ ਮਾਇਆ, ਜਿਹੜੀਆਂ ਚੀਜ਼ਾਂ ਵਿੱਚ ਜਿੰਦ ਨਹੀਂ ਹੁੰਦੀ ਪਰ ਉਂਝ ਖਰੀਦੀਆਂ ਜਾਂਦੀਆਂ ਨੇ, ਜਿਵੇਂ ਗੱਡੀਆਂ, ਕੱਪੜੇ, ਸੋਨਾ, ਇਹ ਸਾਰੀ ਜੜ ਮਾਇਆ ਪਹਿਲੀ ਪ੍ਰਕਾਰ ਦੀ। ਅਗਲੀ ਮਾਇਆ ਚੇਤਨ ਮਾਇਆ, ਸਰੀਰਾਂ ਦੀ ਮਾਇਆ, ਸੁੰਦਰਤਾ ਦੀ ਮਾਇਆ। ਇਹਦੇ ਤੋਂ ਅਗਲੀ ਹੈ ਸਾਧ ਸੰਗਤ ਰਾਜਸੀ ਮਾਇਆ, ਤਾਕਤ ਕੋਲ ਹੋਵੇ, ਜੋ ਕਹੀਏ ਉਸੇ ਵੇਲੇ ਹੋ ਜਾਏ। ਕੋਈ ਆਦਮੀ ਆਇਆ ਜਿਹਦਾ ਕੰਮ ਨਹੀਂ ਸੀ ਹੁੰਦਾ, ਇੱਕ ਫੋਨ ਚੁੱਕਿਆ ਤੇ ਕਿਹਾ ਜੀ ਹੁਣੇ ਹੋਣਾ ਚਾਹੀਦਾ ਹੈ, ਅੱਗੋਂ ਉਸੇ ਵੇਲੇ ਹੋ ਗਿਆ। ਅੰਦਰ ਇੱਕ ਹੰਕਾਰ ਦੀ ਬੀਜ ਸ਼ੁਰੂ ਹੋਇਆ। ਇਹ ਵੀ ਇੱਕ ਮਾਇਆ ਹੈ। ਤੇ ਚੌਥੀ ਪ੍ਰਕਾਰ ਦੀ ਮਾਇਆ, ਜਿਹੜਾ ਇਹਨਾਂ ਤਿੰਨਾਂ ਨੂੰ ਪਾਰ ਕਰ ਜਾਂਦਾ ਹੈ, ਉਹ ਉਹਦੀ ਜ਼ਿੰਦਗੀ ਵਿੱਚ ਆਉਂਦੀ, ਪਹਿਲਾਂ ਨਹੀਂ ਆਉਂਦੀ। ਜਿਹੜਾ ਇਹਨਾਂ ਤਿੰਨਾਂ ਨੂੰ ਲੰਘ ਜਾਏ ਉਹਦੀ ਜ਼ਿੰਦਗੀ ਵਿੱਚ ਚੌਥੀ ਪ੍ਰਕਾਰ ਦੀ ਮਾਇਆ, ਉਹ ਕਿਹੜੀ? ਉਹਨੂੰ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ। ਹੁਣੇ ਚਿਤਵਿਆ ਸੀ ਉਸੇ ਵੇਲੇ ਹੋ ਗਿਆ। ਇਹ ਵੀ ਮਾਇਆ, ਖਿਆਲ ਰੱਖਣਾ ਕਿਤੇ ਭਟਕ ਨਾ ਜਾਣਾ। ਇਹ ਵੀ ਹੋ ਸਕਦਾ ਕਿਤੇ ਕਿਤੇ ਇਹ ਸੁਭਾਵਕ ਵਰਤੇ ਤੇ ਕੋਈ ਗੱਲ ਨਹੀਂ, ਕੁਦਰਤੀ ਵਰਤ ਜਾਏ ਤੇ ਕੋਈ ਨੁਕਸਾਨ ਨਹੀਂ। ਪਰ ਜਦੋਂ ਇਹਨੂੰ ਮਿੱਥ ਕੇ ਆਦਮੀ ਕਰਦਾ ਨਾ, ਉਦੋਂ ਇਹ ਨੁਕਸਾਨ ਕਰਦੀ ਹੈ।
ਆਦਮੀ ਰੱਬ ਤੋਂ ਦੂਰ ਚਲਾ ਜਾਂਦਾ ਹੈ ਤੇ ਆਪ ਰੱਬ ਬਣਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ। ਇਹ ਉਹਦੀ ਗਲਤੀ ਹੁੰਦੀ ਜ਼ਿੰਦਗੀ ਦੀ। ਇਹ 4 ਪ੍ਰਕਾਰ ਦੀ ਮਾਇਆ ਦਾ ਜ਼ਿਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਵੇਖੀ ਇਹਨਾਂ ਚੀਜ਼ਾਂ ਨੂੰ ਵੇਖ ਕੇ ਭੁੱਲ ਸਕਣਾ ਤੂੰ। ਚੇਤਾਵਨੀ ਦੇ ਦਿੱਤੀ, ਸੁਚੇਤ ਕਰ ਦਿੱਤਾ। ਇਹ ਨਹੀਂ ਕਿਹਾ ਵੀ ਇਹਨਾਂ ਨੂੰ ਤੂੰ ਰੱਖਣਾ ਨਹੀਂ, ਖਿਆਲ ਰੱਖਣਾ। ਇੱਥੇ ਇਹ ਨਹੀਂ ਕਿਹਾ ਮਕਾਨ ਸੋਹਣਾ ਨਹੀਂ ਹੋਣਾ ਚਾਹੀਦਾ। ਇੱਥੇ ਇਹ ਵੀ ਨਹੀਂ ਕਿਹਾ ਵੀ ਪਰਿਵਾਰ ਨਹੀਂ ਹੋਣਾ ਚਾਹੀਦਾ। ਇੱਥੇ ਇਹ ਵੀ ਨਹੀਂ ਕਿਹਾ ਵੀ ਤੇਰੇ ਕੋਲ ਰਾਜਸੀ ਸ਼ਕਤੀ ਨਹੀਂ ਹੋਣੀ ਚਾਹੀਦੀ ਜਾਂ ਤੇਰੇ ਕੋਲ ਰਿੱਧ ਸਿੱਧ ਦੀ ਤਾਕਤ ਨਹੀਂ ਹੋਣੀ ਚਾਹੀਦੀ। ਪਰ ਕਹਿੰਦੇ ਜੇ ਇਹਨਾਂ ਨੂੰ ਵੇਖ ਕੇ ਮਤ ਦਾ ਅਰਥ ਹੈ ਜਦੋਂ ਕਿਸੇ ਨੂੰ ਰੋਕਿਆ ਜਾਏ। ਮਤ ਦੇ ਇੱਕ ਅਰਥ ਹੁੰਦੇ ਨੇ, ਆ ਜਿਹੜੀ ਬੁੱਧੀ ਹੁੰਦੀ ਇਹਨੂੰ ਵੀ ਮਤ ਕਹਿੰਦੇ ਨੇ। ਪਰ ਇੱਥੇ ਮਤ ਦੇ ਅਰਥ ਨੇ, ਮਤ ਦਾ ਅਰਥ ਕਿਸੇ ਨੂੰ ਬੜੀ ਸਖਤੀ ਨਾਲ ਚੇਤਾਵਨੀ ਦੇਣੀ, ਕਿਸੇ ਨੂੰ ਬੜੀ ਖਰਵੀ ਭਾਸ਼ਾ ਵਿੱਚ ਕਹਿਣਾ, ਵੇਖੀ ਕਿਤੇ ਡਿੱਗ ਨਾ ਪਈ, ਵੇਖੀ ਕਿਤੇ ਇਸ ਪਾਸੇ ਨਾ ਜਾਈ। ਮਤ ਦੇਖ ਇਹਨਾਂ ਸਾਰੇ 4 ਚੀਜ਼ਾਂ ਨੂੰ ਵੇਖ ਕੇ ਕਿਤੇ ਭੂਲਾ ਵਿਸਰੈ, ਤੈਨੂੰ ਨਾਮ ਭੁੱਲ ਜਾ, ਤੇਰਾ ਚਿਤ ਨਾ ਆਵੇ ਨਾਉ। ਜਿਹਨੂੰ ਸਮਝਾ ਰਿਹਾ ਸਾਨੂੰ ਪੁੱਛਦਾ, ਮਹਾਰਾਜ ਜੇ ਭੁੱਲ ਗਿਆ ਫਿਰ ਕੀ ਹੋਵੇਗਾ? ਹਜ਼ੂਰ ਕਹਿੰਦੇ, ਹਰ ਬਿਨ ਜੀਓ ਜਲ ਬਲ ਜਾਓ। ਜੇ ਤੂੰ ਉਹਦੀ ਯਾਦ ਵਿੱਚੋਂ ਨਿਕਲੇਗਾ ਤੇ ਤੇਰੀ ਜ਼ਿੰਦਗੀ ਦਾ ਉਹ ਹਿੱਸਾ ਜਿਹੜਾ ਤੇਰੇ ਕੰਮ ਆਉਣਾ ਅੰਦਰੋਂ ਸੜ ਜਾਣਾ ਤੇ ਤੈਨੂੰ ਖਬਰ ਵੀ ਨਹੀਂ ਮਿਲਣੀ। ਇਹ ਬਹੁਤ ਵੱਡਾ ਕਾਰਨ। ਕੋਈ ਅੱਗ ਦਿਸ ਪਏ ਤੇ ਬੰਦਾ ਪਾਣੀ ਲੱਭੇ ਬੁਝਾਉਣ ਵਾਸਤੇ, ਅੱਗ ਵੀ ਲੱਗੀ ਹੋਈ ਹੈ ਤੇ ਦਿਸਦੀ ਵੀ ਕੋਈ ਨਹੀਂ, ਸੇਕ ਵੀ ਨਹੀਂ ਪੈਂਦਾ। ਬੰਦਾ ਖਾਧਾ ਵੀ ਜਾ ਰਿਹਾ ਤੇ ਪਤਾ ਵੀ ਕੋਈ ਨਹੀਂ ਲੱਗਦਾ। ਇਸ ਤਰ੍ਹਾਂ ਦੀ ਘਟਨਾ ਹੈ ਸੰਸਾਰ ਵਿੱਚ। ਉਹ ਸਪਣੀ ਇਹਨੂੰ ਖਾਈ ਵੀ ਜਾਂਦੀ ਏ ਔਰ ਫਿਰ ਕਹਿੰਦੇ ਨੇ ਉਹਦੇ ਦੰਦਾਂ ਦੀ ਆਵਾਜ਼ ਕੋਈ ਨਹੀਂ ਆਉਂਦੀ। ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਾਂ ਹੀ ਇਹ ਬਚਨ ਕਹਿੰਦੇ, ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਉਹਦੇ ਦੰਦ ਨਹੀਂ। ਇਹ ਇਸ਼ਾਰਾ ਕੀਤਾ ਜਦੋਂ ਕਿਸੇ ਨੂੰ ਖਾਂਦੀ ਹੈ ਨਾ, ਉੱਥੇ ਕੋਈ ਆਵਾਜ਼ ਨਹੀਂ ਆਉਂਦੀ। ਜਿਹੜੀ ਛੋਟੀ ਮੋਟੀ ਆਵਾਜ਼ ਹੁੰਦੀ ਉਹ ਵੀ ਬੰਦ ਹੋ ਜਾਂਦੀ, ਸਾਈਲੈਂਟ ਬਿਲਕੁਲ। ਪਤਾ ਉਦੋਂ ਹੀ ਲੱਗਦਾ ਜਦੋਂ ਬੰਦਾ ਖਾਧਾ ਜਾਂਦਾ। ਕਹਿੰਦੇ ਜਿਨ ਬਿਨ ਦੰਤਾਂ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਇਸ ਤਰ੍ਹਾਂ ਇਹ ਭੁੱਲਣ ਕਰਕੇ ਇਹ ਪਾਪ ਸ਼ੁਰੂ ਹੁੰਦਾ। ਧਨ ਨੂੰ ਵੇਖ ਕੇ ਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸੰਗ ਨਾ ਚਾਲਸ ਤੇਰਾ ਧਨਾ। ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ, ਇਹ ਤੇਰਾ ਸਹਾਇਕ ਨਹੀਂ, ਇਹ ਤੇਰੀ ਸਿਰਫ ਜ਼ਰੂਰਤ ਹੈ, ਤੇਰੀ ਲੋੜ ਹੈ। ਹਜ਼ੂਰ ਕਹਿੰਦੇ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਮਨ ਇਹਦੇ ਵਿੱਚ ਲਪਟ ਜਾਂਦਾ ਹੈ। ਜਿਵੇਂ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ, ਪਟੇ ਵਿੱਚ ਕੋਈ ਕੱਪੜਾ ਆ ਜਾਏ, ਵਲੇਟਿਆ ਜਾਏ, ਉਹਨੂੰ ਕੱਢਣਾ ਔਖਾ ਹੋ ਜਾਂਦਾ। ਇਹ ਮਨ ਰੂਪੀ ਜਿਹੜਾ ਕੱਪੜਾ ਹੈ ਨਾ, ਮਾਇਆ ਦੇ ਚੱਲਦੇ ਹੋਏ ਵਹੀਲ ਵਿੱਚ ਵਲਿਆ ਜਾਂਦਾ, ਫਿਰ ਕੱਢਣਾ ਬੜਾ ਔਖਾ ਹੈ। ਇਹਨੂੰ ਫਿਰ ਉਹ ਮਾਰ ਮਾਰ ਕੇ ਕਮਜ਼ੋਰ ਕਰ ਦਿੰਦੀ ਹੈ। ਇਸ ਕਰਕੇ ਇਸ ਮਨ ਨੂੰ ਕਹਿੰਦੇ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਫਿਰ ਕਿੰਨੀ ਪ੍ਰਕਾਰ ਦੀਆਂ ਚੀਜ਼ਾਂ ਨੇ ਜਿਹੜੀਆਂ ਪਰਮਾਤਮਾ ਨੂੰ ਭੁਲਾਉਂਦੀਆਂ ਨੇ। ਉਹਨਾਂ ਦਾ ਨਾਮ ਲੈਂਦੇ ਕਹਿੰਦੇ, ਸੁੱਤ ਦਾ ਅਰਥ ਹੈ ਪੁੱਤਰ, ਮੀਤ ਦਾ ਅਰਥ ਹੈ ਮਿੱਤਰਤਾ, ਕੁਟੰਬ ਦਾ ਅਰਥ ਹੈ ਪਰਿਵਾਰ, ਔਰ ਬਨਤਾ ਦੇ ਅਰਥ ਨੇ ਇਸਤਰੀ। ਇਹਨਾਂ ਵਿੱਚ ਇੰਨਾ ਇਹ ਖੁੱਭ ਜਾਂਦਾ ਹੈ। ਕੋਈ ਆਦਮੀ ਆਇਆ ਜਿਹਦਾ ਕੰਮ ਨਹੀਂ ਸੀ ਹੁੰਦਾ, ਇੱਕ ਫੋਨ ਚੁੱਕਿਆ ਤੇ ਕਿਹਾ ਜੀ ਹੁਣੇ ਹੋਣਾ ਚਾਹੀਦਾ ਹੈ, ਅੱਗੋਂ ਉਸੇ ਵੇਲੇ ਹੋ ਗਿਆ। ਅੰਦਰ ਇੱਕ ਹੰਕਾਰ ਦੀ ਬੀਜ ਸ਼ੁਰੂ ਹੋਇਆ। ਇਹ ਵੀ ਇੱਕ ਮਾਇਆ ਹੈ। ਤੇ ਚੌਥੀ ਪ੍ਰਕਾਰ ਦੀ ਮਾਇਆ ਜਿਹੜਾ ਇਹਨਾਂ ਤਿੰਨਾਂ ਨੂੰ ਪਾਰ ਕਰ ਜਾਂਦਾ ਹੈ, ਉਹ ਉਹਦੀ ਜ਼ਿੰਦਗੀ ਵਿੱਚ ਆਉਂਦੀ, ਪਹਿਲਾਂ ਨਹੀਂ ਆਉਂਦੀ। ਜਿਹੜਾ ਇਹਨਾਂ ਤਿੰਨਾਂ ਨੂੰ ਲੰਘ ਜਾਏ ਉਹਦੀ ਜ਼ਿੰਦਗੀ ਵਿੱਚ ਚੌਥੀ ਪ੍ਰਕਾਰ ਦੀ ਮਾਇਆ ਉਹ ਕਿਹੜੀ? ਉਹਨੂੰ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ। ਹੁਣੇ ਚਿਤਵਿਆ ਸੀ ਉਸੇ ਵੇਲੇ ਹੋ ਗਿਆ। ਇਹ ਵੀ ਮਾਇਆ, ਖਿਆਲ ਰੱਖਣਾ ਕਿਤੇ ਭਟਕ ਨਾ ਜਾਣਾ। ਇਹ ਵੀ ਹੋ ਸਕਦਾ ਕਿਤੇ ਕਿਤੇ ਇਹ ਸੁਭਾਵਕ ਵਰਤੇ ਤੇ ਕੋਈ ਗੱਲ ਨਹੀਂ।
ਕੁਦਰਤੀ ਵਰਤ ਜਾਏ ਤੇ ਕੋਈ ਨੁਕਸਾਨ ਨਹੀਂ, ਪਰ ਜਦੋਂ ਇਹਨੂੰ ਮਿੱਥ ਕੇ ਆਦਮੀ ਕਰਦਾ ਨਾ ਉਦੋਂ ਇਹ ਨੁਕਸਾਨ ਕਰਦੀ ਹੈ। ਆਦਮੀ ਰੱਬ ਤੋਂ ਦੂਰ ਚਲਾ ਜਾਂਦਾ ਹੈ ਤੇ ਆਪ ਰੱਬ ਬਣਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ। ਇਹ ਉਹਦੀ ਗਲਤੀ ਹੁੰਦੀ ਜ਼ਿੰਦਗੀ ਦੀ। ਇਹ 4 ਪ੍ਰਕਾਰ ਦੀ ਮਾਇਆ ਦਾ ਜ਼ਿਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਵੇਖੀ ਇਹਨਾਂ ਚੀਜ਼ਾਂ ਨੂੰ ਵੇਖ ਕੇ ਭੁੱਲ ਸਕਣਾ ਤੂੰ। ਚੇਤਾਵਨੀ ਦੇ ਦਿੱਤੀ, ਸੁਚੇਤ ਕਰ ਦਿੱਤਾ। ਇਹ ਨਹੀਂ ਕਿਹਾ ਵੀ ਇਹਨਾਂ ਨੂੰ ਤੂੰ ਰੱਖਣਾ ਨਹੀਂ, ਖਿਆਲ ਰੱਖਣਾ। ਇੱਥੇ ਇਹ ਨਹੀਂ ਕਿਹਾ ਮਕਾਨ ਸੋਹਣਾ ਨਹੀਂ ਹੋਣਾ ਚਾਹੀਦਾ, ਇੱਥੇ ਇਹ ਵੀ ਨਹੀਂ ਕਿਹਾ ਵੀ ਪਰਿਵਾਰ ਨਹੀਂ ਹੋਣਾ ਚਾਹੀਦਾ, ਇੱਥੇ ਇਹ ਵੀ ਨਹੀਂ ਕਿਹਾ ਵੀ ਤੇਰੇ ਕੋਲ ਰਾਜਸੀ ਸ਼ਕਤੀ ਨਹੀਂ ਹੋਣੀ ਚਾਹੀਦੀ ਜਾਂ ਤੇਰੇ ਕੋਲ ਰਿੱਧ ਸਿੱਧ ਦੀ ਤਾਕਤ ਨਹੀਂ ਹੋਣੀ ਚਾਹੀਦੀ। ਪਰ ਕਹਿੰਦੇ ਜੇ ਇਹਨਾਂ ਨੂੰ ਵੇਖ ਕੇ ਮਤ ਦਾ ਅਰਥ ਹੈ ਜਦੋਂ ਕਿਸੇ ਨੂੰ ਰੋਕਿਆ ਜਾਏ। ਮਤ ਦੇ ਇੱਕ ਅਰਥ ਹੁੰਦੇ ਨੇ, ਆ ਜਿਹੜੀ ਬੁੱਧੀ ਹੁੰਦੀ ਇਹਨੂੰ ਵੀ ਮਤ ਕਹਿੰਦੇ ਨੇ, ਪਰ ਇੱਥੇ ਮਤ ਦੇ ਅਰਥ ਨੇ, ਮਤ ਦਾ ਅਰਥ ਹੈ ਕਿਸੇ ਨੂੰ ਬੜੀ ਸਖਤੀ ਨਾਲ ਚੇਤਾਵਨੀ ਦੇਣੀ, ਕਿਸੇ ਨੂੰ ਬੜੀ ਖਰਵੀ ਭਾਸ਼ਾ ਵਿੱਚ ਕਹਿਣਾ, ਵੇਖੀ ਕਿਤੇ ਡਿੱਗ ਨਾ ਪਈ, ਵੇਖੀ ਕਿਤੇ ਇਸ ਪਾਸੇ ਨਾ ਜਾਈ। ਮਤ ਦੇਖ ਇਹਨਾਂ ਸਾਰੇ 4 ਚੀਜ਼ਾਂ ਨੂੰ ਵੇਖ ਕੇ ਕਿਤੇ ਭੂਲਾ ਵਿਸਰੈ, ਤੈਨੂੰ ਨਾਮ ਭੁੱਲ ਜਾ, ਤੇਰਾ ਚਿਤ ਨਾ ਆਵੇ ਨਾਉ। ਜਿਹਨੂੰ ਸਮਝਾ ਰਿਹਾ ਸਾਨੂੰ ਪੁੱਛਦਾ, ਮਹਾਰਾਜ ਜੇ ਭੁੱਲ ਗਿਆ ਫਿਰ ਕੀ ਹੋਵੇਗਾ? ਹਜ਼ੂਰ ਕਹਿੰਦੇ, ਹਰ ਬਿਨ ਜੀਓ ਜਲ ਬਲ ਜਾਓ। ਜੇ ਤੂੰ ਉਹਦੀ ਯਾਦ ਵਿੱਚੋਂ ਨਿਕਲੇਗਾ ਤੇ ਤੇਰੀ ਜ਼ਿੰਦਗੀ ਦਾ ਉਹ ਹਿੱਸਾ ਜਿਹੜਾ ਤੇਰੇ ਕੰਮ ਆਉਣਾ ਅੰਦਰੋਂ ਸੜ ਜਾਣਾ ਤੇ ਤੈਨੂੰ ਖਬਰ ਵੀ ਨਹੀਂ ਮਿਲਣੀ। ਇਹ ਬਹੁਤ ਵੱਡਾ ਕਾਰਨ। ਕੋਈ ਅੱਗ ਦਿਸ ਪਏ ਤੇ ਬੰਦਾ ਪਾਣੀ ਲੱਭੇ ਬੁਝਾਉਣ ਵਾਸਤੇ, ਅੱਗ ਵੀ ਲੱਗੀ ਹੋਈ ਹੈ ਤੇ ਦਿਸਦੀ ਵੀ ਕੋਈ ਨਹੀਂ, ਸੇਕ ਵੀ ਨਹੀਂ ਪੈਂਦਾ। ਬੰਦਾ ਖਾਧਾ ਵੀ ਜਾ ਰਿਹਾ ਤੇ ਪਤਾ ਵੀ ਕੋਈ ਨਹੀਂ ਲੱਗਦਾ। ਇਸ ਤਰ੍ਹਾਂ ਦੀ ਘਟਨਾ ਹੈ ਸੰਸਾਰ ਵਿੱਚ। ਉਹ ਸਪਣੀ ਇਹਨੂੰ ਖਾਈ ਵੀ ਜਾਂਦੀ ਏ ਔਰ ਫਿਰ ਕਹਿੰਦੇ ਨੇ ਉਹਦੇ ਦੰਦਾਂ ਦੀ ਆਵਾਜ਼ ਕੋਈ ਨਹੀਂ ਆਉਂਦੀ। ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਾਂ ਹੀ ਇਹ ਬਚਨ ਕਹਿੰਦੇ, ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਉਹਦੇ ਦੰਦ ਨਹੀਂ। ਇਹ ਇਸ਼ਾਰਾ ਕੀਤਾ ਜਦੋਂ ਕਿਸੇ ਨੂੰ ਖਾਂਦੀ ਹੈ ਨਾ, ਉੱਥੇ ਕੋਈ ਆਵਾਜ਼ ਨਹੀਂ ਆਉਂਦੀ, ਜਿਹੜੀ ਛੋਟੀ ਮੋਟੀ ਆਵਾਜ਼ ਹੁੰਦੀ ਉਹ ਵੀ ਬੰਦ ਹੋ ਜਾਂਦੀ, ਸਾਈਲੈਂਟ ਬਿਲਕੁਲ। ਪਤਾ ਉਦੋਂ ਹੀ ਲੱਗਦਾ ਜਦੋਂ ਬੰਦਾ ਖਾਧਾ ਜਾਂਦਾ। ਕਹਿੰਦੇ ਜਿਨ ਬਿਨ ਦੰਤਾਂ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਇਸ ਤਰ੍ਹਾਂ ਇਹ ਭੁੱਲਣ ਕਰਕੇ ਇਹ ਪਾਪ ਸ਼ੁਰੂ ਹੁੰਦਾ। ਧਨ ਨੂੰ ਵੇਖ ਕੇ ਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸੰਗ ਨਾ ਚਾਲਸ ਤੇਰਾ ਧਨਾ। ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ, ਇਹ ਤੇਰਾ ਸਹਾਇਕ ਨਹੀਂ, ਇਹ ਤੇਰੀ ਸਿਰਫ ਜ਼ਰੂਰਤ ਹੈ, ਤੇਰੀ ਲੋੜ ਹੈ। ਹਜ਼ੂਰ ਕਹਿੰਦੇ ਤੂੰ ਕਿਆ ਲਪਟਾਵਹਿ ਮੂਰਖ ਮਨਾ। ਮਨ ਇਹਦੇ ਵਿੱਚ ਲਪਟ ਜਾਂਦਾ ਹੈ। ਜਿਵੇਂ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ, ਪਟੇ ਵਿੱਚ ਕੋਈ ਕੱਪੜਾ ਆ ਜਾਏ, ਵਲੇਟਿਆ ਜਾਏ, ਉਹਨੂੰ ਕੱਢਣਾ ਔਖਾ ਹੋ ਜਾਂਦਾ। ਇਹ ਮਨ ਰੂਪੀ ਜਿਹੜਾ ਕੱਪੜਾ ਹੈ ਨਾ, ਮਾਇਆ ਦੇ ਚੱਲਦੇ ਹੋਏ ਵਹੀਲ ਵਿੱਚ ਵਲਿਆ ਜਾਂਦਾ, ਫਿਰ ਕੱਢਣਾ ਬੜਾ ਔਖਾ ਹੈ। ਇਹਨੂੰ ਫਿਰ ਉਹ ਮਾਰ ਮਾਰ ਕੇ ਕਮਜ਼ੋਰ ਕਰ ਦਿੰਦੀ ਹੈ। ਇਸ ਕਰਕੇ ਇਸ ਮਨ ਨੂੰ ਕਹਿੰਦੇ ਤੂੰ ਕਿਆ ਲਪਟਾਵਹਿ ਮੂਰਖ ਮਨਾ। ਫਿਰ ਕਿੰਨੀ ਪ੍ਰਕਾਰ ਦੀਆਂ ਚੀਜ਼ਾਂ ਨੇ ਜਿਹੜੀਆਂ ਪਰਮਾਤਮਾ ਨੂੰ ਭੁਲਾਉਂਦੀਆਂ ਨੇ। ਉਹਨਾਂ ਦਾ ਨਾਮ ਲੈਂਦੇ ਕਹਿੰਦੇ ਸੁੱਤ ਦਾ ਅਰਥ ਹੈ ਪੁੱਤਰ, ਮੀਤ ਦਾ ਅਰਥ ਹੈ ਮਿੱਤਰਤਾ, ਕੁਟੰਬ ਦਾ ਅਰਥ ਹੈ ਪਰਿਵਾਰ, ਔਰ ਬਨਤਾ ਦੇ ਅਰਥ ਨੇ ਇਸਤਰੀ। ਇਹਨਾਂ ਵਿੱਚ ਇੰਨਾ ਇਹ ਖੁੱਭ ਜਾਂਦਾ ਹੈ, ਪੁੱਤਰ ਮੋਹ ਵਿੱਚ, ਮਿੱਤਰਾਂ ਦੀ ਦੁਨੀਆ ਵਿੱਚ, ਔਰ ਕੁਟੰਬ ਪਰਿਵਾਰ ਦੇ ਮੋਹ ਵਿੱਚ ਐਸਾ ਖੁੱਭਦਾ ਪਰਤ ਕੇ ਨਿਕਲਣ ਦੀ ਇਹਨੂੰ ਜਾਚ ਨਹੀਂ ਰਹਿੰਦੀ, ਉਹਦੇ ਵਿੱਚ ਹੀ ਡੁੱਬਣ ਲੱਗ ਪੈਂਦਾ। ਇਹ ਸਾਰੀਆਂ ਚੀਜ਼ਾਂ ਭੁਲਾਉਂਦੀਆਂ ਨੇ। ਇਸ ਖਿਆਲ ਨੂੰ ਰੱਖਣਾ ਆਪਾਂ ਜਿਹੜਾ ਵਿਸ਼ਾ ਲਿਆ, ਭੁਲਾਉਣ ਵਾਲੀਆਂ ਨੇ, ਤੇ ਜੇ ਇਹਨਾਂ ਦੇ ਮਿਲਿਆ ਯਾਦ ਆਵੇ ਫਿਰ ਇਹ ਨੁਕਸਾਨ ਨਹੀਂ ਕਰਦੀਆਂ। ਖਿਆਲ ਰੱਖਣਾ, ਜੇ ਇਹਨਾਂ ਦੇ ਮਿਲਿਆ ਯਾਦ ਆਵੇ। ਕਲਗੀਆਂ ਵਾਲੇ ਪਾਤਸ਼ਾਹ
ਨੂੰ ਇੱਕ ਫਕੀਰ ਮਿਲਣ ਆਇਆ, ਸੰਨਿਆਸੀ ਸੀ, ਤੇ ਹਜੂਰ ਬਾਬਾ ਫਤਿਹ ਸਿੰਘ ਨੂੰ ਗੋਦ ਵਿੱਚ ਲੈ ਕੇ ਬੈਠੇ। ਸਾਹਿਬਜ਼ਾਦੇ ਛੋਟੇ ਸਨ ਬਿਲਕੁਲ, ਉਹਨੂੰ ਪਿਆਰ ਕਰ ਰਹੇ ਸੀ। ਫਕੀਰ ਮੁੜਨ ਲੱਗਾ, ਸਤਿਗੁਰੂ ਨੇ ਆਵਾਜ਼ ਦਿੱਤੀ, ਠਹਿਰੋ। ਕਹਿਣ ਲੱਗਾ, ਠਹਿਰਨਾ ਕੀ, ਤੁਸੀਂ ਖੁਦ ਫਸੇ ਹੋਏ ਹੋ। ਕਹਿੰਦੇ ਕਿੱਥੇ? ਕਹਿੰਦੇ ਪੁੱਤਰ ਦੇ ਮੋਹ ਵਿੱਚ। ਮੈਂ ਸੋਚਿਆ ਸੀ ਮੇਰਾ ਮੋਹ ਤੁਸੀਂ ਹਟਾਓਗੇ, ਤੁਸੀਂ ਆਪਣੇ ਮੋਹ ਵਿੱਚ। ਸਤਿਗੁਰਾਂ ਨੇ ਕਿਹਾ, ਫਕੀਰ ਸਾਈਂ ਗੱਲ ਧਿਆਨ ਨਾਲ ਸੁਣੀ, ਜ਼ਰੂਰੀ ਨਹੀਂ ਪਾਣੀ ਬੰਦੇ ਨੂੰ ਡੋਬ ਕੇ ਮਾਰ ਹੀ ਦੇ, ਤਰੀਕੇ ਨਾਲ ਪੀਤਾ ਜਾਏ ਤੇ ਪਾਣੀ ਜ਼ਿੰਦਗੀ ਦਿੰਦਾ ਹੈ। ਜ਼ਰੂਰੀ ਨਹੀਂ ਅੱਗ ਬੰਦੇ ਨੂੰ ਸਾੜ ਹੀ ਦੇ, ਤਰੀਕੇ ਨਾਲ ਵਰਤੀਏ ਤੇ ਭੋਜਨ ਪਕਾਉਂਦੀ ਏ ਤੇ ਚਾਨਣ ਵੀ ਕਰਦੀ ਹੈ। ਯਾਦ ਰੱਖ, ਤਰੀਕਾ ਨਹੀਂ ਆਇਆ ਤੈਨੂੰ ਜ਼ਿੰਦਗੀ ਦਾ, ਇਹ ਚੀਜ਼ਾਂ ਮਾੜੀਆਂ ਨਹੀਂ। ਪੁੱਤਰ ਡੋਬਦਾ ਨਹੀਂ, ਯਾਦ। ਕਹਿੰਦੇ ਇਹਦੇ ਨਾਲ ਕਿਵੇਂ ਕਰ ਦਿਓ? ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ, ਕਿਤੋਂ ਮਾਨੀ ਮਹਾਮਾਨ ਹੋ। ਯਾਦ ਵੀ ਤੇ ਕੀਤਾ ਜਾ ਸਕਦਾ ਇਹਦੇ ਦੁਆਰਾ, ਇਹਦੇ ਦੁਆਰਾ ਚੇਤੇ ਵੀ ਤੇ ਕੀਤਾ ਜਾ ਸਕਦਾ। ਇਹ ਤੂੰ ਵੇਖ ਕਿ ਤੂੰ ਪਦਾਰਥ ਦਾ ਉਪਯੋਗ ਕਰਨਾ ਹੈ ਕਿ ਦੁਰ ਉਪਯੋਗ ਕਰਨਾ ਹੈ, ਇਹਦੀ ਵਰਤੋਂ ਕਿਵੇਂ ਕਰਨੀ ਹੈ। ਪਦਾਰਥ ਗਲਤ ਨਹੀਂ, ਤੂੰ ਗਲਤ ਹੈ। ਬੰਦੇ ਦੀ ਸ਼ੁਰੂ ਤੋਂ ਆਦਤ ਰਹੀ ਹੈ ਉਂਗਲ ਦੂਜੇ ਵੱਲ ਕਰਕੇ ਰੱਖਦਾ। ਮਾਇਆ ਭੈੜੀ ਹੈ ਜੀ, ਪਰਿਵਾਰ ਮਾੜਾ ਹੈ, ਸੰਸਾਰ ਠੀਕ ਨਹੀਂ, ਕੀ ਕਰੀਏ ਅਸੀਂ, ਕਿਵੇਂ ਠੀਕ ਹੋਈਏ, ਸੰਸਾਰ ਕੋਈ ਨਹੀਂ ਠੀਕ। ਹਜ਼ੂਰ ਕਹਿੰਦੇ ਉਂਗਲ ਪਰਾਂ ਕਰਨਾ ਹੈ, ਆਪਣੇ ਵੱਲ ਵੀ ਕਰ ਥੋੜੀ ਜਿਹੀ। ਜਿੱਦਣ ਤੂੰ ਠੀਕ ਹੋ ਗਿਆ ਸਭ ਕੁਝ ਠੀਕ। ਜਿੰਨਾ ਚਿਰ ਤੂੰ ਨਹੀਂ ਠੀਕ, ਭਾਵੇਂ ਤੇਰੇ ਸਾਹਮਣੇ ਸਾਰੇ ਬ੍ਰਹਮ ਗਿਆਨੀ ਲਿਆ ਕੇ ਬਿਠਾ ਦਿਓ, ਤੂੰ ਉਹਨਾਂ ਵਿੱਚ ਵੀ ਨੁਕਸ ਕੱਢ ਦੇਣਾ। ਜਿੰਨਾ ਚਿਰ ਤੂੰ ਠੀਕ ਨਹੀਂ, ਤੈਨੂੰ ਸੱਚਖੰਡ ਵਿੱਚ ਵੀ ਚੁੱਕ ਕੇ ਲੈ ਗਏ, ਤੂੰ ਇਹ ਵੀ ਕਹਿਣਾ ਉੱਥੇ ਜਾ ਕੇ ਇਹ ਸਾਰੇ ਝੂਠੇ ਬੈਠੇ ਹੋਏ ਨੇ। ਬੰਦੇ ਦੇ ਆਪਣੇ ਜੀਵਨ ਤੇ ਜੀਵਨ ਖੜਾ, ਦੂਸਰਿਆਂ ਤੇ ਨਹੀਂ। ਸਾਰਾ ਜੀਵਨ ਅਸੀਂ ਇਸੇ ਤੇ ਲਾ ਦਿੰਦੇ ਹਾਂ, ਦੂਜਿਆਂ ਨੂੰ ਸਿੱਧੇ ਕਰਨ ਤੇ ਆਪ ਸਿੱਧੇ ਹੁੰਦੇ ਨਹੀਂ। ਸਤਿਗੁਰੂ ਨੇ ਕਿਹਾ ਗਲਤ, ਐਵੇਂ ਸਮਾਂ ਗਵਾ ਰਿਹਾ। ਕਦੀ ਸੰਸਾਰ ਸਿੱਧਾ ਤੂੰ ਕਰਨਾ ਹੀ ਕਿਉਂ ਹੈ, ਤੇ ਪਹਿਲਾਂ ਹੀ ਸਿੱਧਾ ਹੈ। ਵਿੰਗ ਟੇਢ ਕਿਤੇ ਤੇਰੇ ਵਿੱਚ ਹੈ। ਇਸ ਕਰਕੇ ਇਹ ਚੀਜ਼ਾਂ ਜੇ ਭੁਲਾਉਂਦੀਆਂ ਨੇ ਸੁੱਤ ਮੀਤ ਕੁਟੰਬ ਅਰ ਬਨਤਾ, ਫਿਰ ਇਹ ਨੁਕਸਾਨਦੇਹ ਹਨ। ਤੇ ਸਤਿਗੁਰੂ ਉਸ ਭੁੱਲੇ ਹੋਏ ਮਨੁੱਖ ਨੂੰ ਇਹ ਕਹਿ ਰਹੇ ਨੇ, ਕਹਿੰਦੇ ਇਨ ਤੇ ਕਹੋ ਤੁਮ ਕਵਣ ਸਨਾਥਾ। ਇਹਨਾਂ ਚੀਜ਼ਾਂ ਨੂੰ ਖੁਸ਼ ਕਰਕੇ ਕਿਸ ਮਨੁੱਖ ਨੇ ਸੋਚਿਆ ਹੈ ਕਿ ਮੈਂ ਸੰਤੁਸ਼ਟ ਹੋ ਜਾਵਾਂ ਸਾਰੀ ਉਮਰ? ਠੀਕ ਹੈ, ਆਪਣਾ ਫਰਜ਼ ਪੂਰਾ ਕਰ। ਇਹ ਨਾ ਸੋਚੀ ਵੀ ਇਹਨਾਂ ਨੂੰ ਸੰਤੁਸ਼ਟੀ ਦੇ ਕੇ ਮੇਰੇ ਗਲ ਵਿੱਚ ਕੋਈ ਹਾਰ ਪੈਣਾ। ਅੱਜ ਜਿੱਥੋਂ ਸੁੱਖ ਮਿਲਦਾ ਸਾਲ ਨੂੰ ਦੋ ਨੂੰ ਪਤਾ ਨਹੀਂ, ਉਹ ਦੂਜੇ ਪਾਸੇ ਚਲਾ ਜਾ, ਬਦਲਦਾ ਰਹਿੰਦਾ। ਇਹ ਬੱਦਲ ਦੀ ਛਾਂ ਹੈ ਨਾ, ਕਹਿੰਦੇ ਆ ਸੰਸਾਰ, ਧੁੱਪ ਛਾਂ ਦੀ ਖੇਡ ਹੈ। ਤੇ ਸਾਧ ਸੰਗਤ ਜੀ ਇੱਥੇ ਪਤਾ ਲੱਗਦਾ, ਤੁਸੀਂ ਵੇਖੋਗੇ ਸਕਰੀਨ ਤੇ ਤੁਸੀਂ ਕੋਈ ਵੀ ਦ੍ਰਿਸ਼ ਵੇਖਦੇ ਹੋ ਟੀਵੀ ਦੀ ਸਕਰੀਨ ਤੇ ਤੁਸੀਂ ਕਦੀ ਧਿਆਨ ਨਾਲ ਵੇਖਣਾ, ਜਦੋਂ ਇੱਕ ਸੀਨ ਬੰਦ ਹੁੰਦਾ ਹੈ ਤੇ ਦੂਜਾ ਆਉਂਦਾ ਹੈ ਨਾ, ਪਤਾ ਕੋਈ ਨਹੀਂ ਲੱਗਦਾ ਵੇਖਣ ਵਾਲੇ ਨੂੰ, ਇੱਕਦਮ ਵਿੱਚੋਂ ਹੀ ਨਿਕਲ ਆਉਂਦਾ, ਬਦਲਦਿਆਂ ਕੋਈ ਪਤਾ ਨਹੀਂ ਲੱਗਦਾ। ਇਹ ਉਹਨੂੰ ਕਹਿੰਦੇ ਧੁੱਪ ਛਾਂ ਦਾ ਵਿਗਿਆਨ। ਵਿਗਿਆਨ ਵਾਲਿਆਂ ਕੋਲ ਇੱਕ ਤਰੀਕਾ ਜਿਹਦੇ ਨਾਲ ਉਹ ਕਰਦੇ ਨੇ। ਜਦੋਂ ਸ਼ੁਰੂ ਵਿੱਚ ਇੱਕ ਚੀਜ਼ ਨਿਕਲੀ ਸੀ ਤੇ ਉਦੋਂ ਇਹ ਚੀਜ਼ਾਂ ਨਹੀਂ ਸਨ। ਪਹਿਲਾਂ ਇੱਕ ਸੀਨ ਨੂੰ ਕੱਟਿਆ ਜਾਂਦਾ ਸੀ, ਫਿਰ ਦੂਜਾ ਲਾਉਂਦੇ ਸਨ। ਫਿਰ ਉਹਨਾਂ ਨੇ ਕੁਝ ਤੱਤ ਲੱਭੇ ਵਿਗਿਆਨ ਦੇ, ਧੁੱਪ ਛਾਂ ਦੀ ਖੇਡ ਨੂੰ ਪਰਖਿਆ ਤੇ ਫਿਰ ਪਤਾ ਹੀ ਨਹੀਂ ਲੱਗਦਾ ਵੇਖਣ ਵਾਲੇ ਨੂੰ। ਤੁਸੀਂ ਵੇਖੋਗੇ ਇੱਕ ਆਦਮੀ ਰੋ ਰਿਹਾ ਹੈ ਤੇ ਵੇਂਦਿਆਂ ਪਤਾ ਨਹੀਂ ਲੱਗਦਾ ਦੂਸਰਾ ਆਦਮੀ ਹੱਸਦਾ ਸਾਹਮਣੇ ਆ ਗਿਆ, ਝਟਕਾ ਵੀ ਨਹੀਂ ਲੱਗੇਗਾ। ਇਹ ਧੁੱਪ ਛਾਂ ਦੀ ਖੇਡ ਹੈ। ਇੱਥੇ ਸਕਰੀਨ ਤੇ ਧੁੱਪ ਛਾਂ ਦੀ ਖੇਡ ਹੈ। ਜਿਹੜਾ ਅੱਜ ਸਾਧ ਸੰਗਤ ਚੰਗਾ ਕਹਿੰਦਾ ਪਤਾ ਨਹੀਂ ਲੱਗਣਾ, ਉਸੇ ਵੇਲੇ ਮਾੜਾ ਕਹਿ ਦੇਗਾ। ਜਿਹੜਾ ਅੱਜ ਮਾੜਾ ਹੈ ਉਹ ਚੰਗਾ, ਇਹ ਚੱਲਦਾ ਹੀ ਰਹਿਣਾ। ਕਦੀ ਕੋਈ ਇੱਜ਼ਤ ਕਰੇਗਾ, ਕਦੀ ਨਹੀਂ ਕਰੇਗਾ, ਕਦੀ ਕਿਵੇਂ ਦਾ, ਕਦੀ ਕਿਵੇਂ ਦਾ। ਇਸ ਕਰਕੇ ਜਿਹੜੇ ਲੋਕ ਗੁਰੂ ਕਿਰਪਾ ਦੁਆਰਾ ਇਹਦੇ ਤੋਂ ਉੱਚੇ ਹੋ ਗਏ, ਉਹਨਾਂ ਨੂੰ ਕਦੀ ਇਸ ਸੰਸਾਰ ਤੋਂ ਦੁੱਖ ਨਹੀਂ, ਕਿਉਂਕਿ ਜਿਵੇਂ ਦਾ ਉਵੇਂ ਦੇ ਨਾਲ ਉਹ ਵਰਤ ਲੈਂਦੇ ਨੇ। ਇਸ ਕਰਕੇ ਸਾਹਿਬ ਕਹਿੰਦੇ ਇਹਨਾਂ ਤੋਂ ਤੇਰੀ ਸੰਤੁਸ਼ਟੀ ਹੋ ਜਾਏ, ਮਤ ਸੋਚੀ ਇਨ ਤੇ ਕਹੋ ਤੁਮ ਕਵਣ ਸਨਾਥਾ। ਫਿਰ ਕਹਿੰਦੇ ਰਾਜ ਰੰਗ ਮਾਇਆ ਵਿਸਥਾਰ। ਰਾਜਨੀਤਿਕ ਰੰਗ, ਮਾਇਆ ਦਾ ਵਿਸਤਾਰ, ਇਹ ਬੜਾ ਮਨੁੱਖ ਨੂੰ ਪ੍ਰਭਾਵਿਤ ਕਰਦਾ ਹੈ। ਧਾਰਮਿਕ ਮਨੁੱਖ ਵੀ ਰਾਜਨੀਤੀ ਤੋਂ ਪ੍ਰੇਰਿਤ ਹੋ ਜਾਂਦਾ ਹੈ। ਇਨ ਤੇ ਕਹੋ ਕਵਨ ਛੁਟਕਾਰ।
ਇਹਨਾਂ ਤੋਂ ਛੁਟਕਾਰਾ ਨਹੀਂ ਜੀਵਨ ਦਾ, ਤੈਨੂੰ ਖਲਾਸੀ ਨਹੀਂ ਮਿਲ ਸਕਦੀ, ਮੁਕਤੀ ਦੀ ਪ੍ਰਾਪਤੀ ਨਹੀਂ। ਅਸ ਹਸਤੀ ਰਥ ਅਸਵਾਰੀ, ਅਸਵ ਘੋੜੇ, ਹਸਤੀ ਬਹੁਤ ਸਾਰੇ ਹਾਥੀ ਕੋਲ ਰੱਖੇ ਹੁਣ, ਬੜੀਆਂ ਮਹਿੰਗੀਆਂ ਸਵਾਰੀਆਂ ਨੇ, ਰੱਥ ਰੱਖੇ ਨੇ, ਅਸਵਾਰੀਆਂ ਰੱਖੀਆਂ ਨੇ। ਸਹਿਬ ਕਹਿੰਦੇ ਝੂਠਾ ਡੰਫ ਝੂਠ ਪਾਸਾਰੀ, ਇਹ ਡੰਫ, ਇਹ ਪਖੰਡ, ਇਹ ਹੰਕਾਰ ਬਿਲਕੁਲ ਝੂਠਾ ਹੈ ਤੇ ਝੂਠਾ ਹੀ ਸਾਰਾ ਪਸਾਰਾ ਹੈ। ਸਹਿਬ ਕਹਿੰਦੇ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਬਸ ਇਹਨੇ ਗਲਤੀ ਇੱਕੋ ਕੀਤੀ, ਚੀਜ਼ ਫੜ ਲਈ ਹੱਥ ਭੁੱਲ ਗਿਆ ਦਿੱਤੇ ਕਿੰਨੇ ਨੇ। ਜਿਵੇਂ ਕਿਸੇ ਵਰਤਾਵੇ ਤੋਂ ਪ੍ਰਸ਼ਾਦਾ ਫੜੀਏ, ਕਹੀਏ ਪ੍ਰਸ਼ਾਦਾ ਤੇ ਹੈ, ਵਰਤਾਉਣ ਵਾਲਾ ਕੋਈ ਨਹੀਂ। ਇੰਨੀ ਮੂਰਖਤਾ ਹੈ ਰੱਬ ਨੂੰ ਨਾ ਮੰਨਣਾ। ਇੱਕ ਆਦਮੀ ਵਰਤਾਰਾ ਪ੍ਰਸ਼ਾਦੇ ਵਰਤਾਈ ਜਾਂਦਾ ਤੇ ਲੈਣ ਵਾਲਾ ਕਵੇ ਜੀ ਪ੍ਰਸ਼ਾਦਾ ਆਪੇ ਡਿੱਗੀ ਜਾਂਦਾ ਹੈ ਜੀ, ਦੇਣ ਵਾਲਾ ਤੇ ਕੋਈ ਵੀ ਨਹੀਂ। ਆਕਾਸ਼ ਵਿੱਚੋਂ ਕੁਝ ਨਹੀਂ ਡਿੱਗਦਾ ਸਾਧ ਸੰਗਤ, ਕੋਈ ਦੇਣ ਵਾਲਾ ਹੁੰਦਾ ਹੈ। ਆਕਾਸ਼ ਵਿੱਚੋਂ ਡਿੱਗਣਾ ਇਹ ਮੁਹਾਵਰਾ ਹੀ ਗਲਤ ਹੈ, ਕੁਝ ਨਹੀਂ ਡਿੱਗਦਾ ਆਕਾਸ਼ ਵਿੱਚੋਂ। ਆਕਾਸ਼ ਵਿੱਚੋਂ ਕਦੇ ਕੁਝ ਨਹੀਂ ਡਿੱਗਿਆ, ਇਹ ਸਾਡੀ ਕਲਪਨਾ ਹੈ, ਸਾਡਾ ਝੂਠ ਹੈ। ਜਦੋਂ ਵੀ ਕੁਝ ਡਿੱਗਦਾ ਹੈ ਉੱਥੇ ਦੋ ਮੌਜੂਦ ਹੁੰਦੇ ਨੇ, ਇੱਕ ਲੈਣ ਵਾਲਾ ਤੇ ਇੱਕ ਦੇਣ ਵਾਲਾ, ਦੋਵਾਂ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੇ। ਦੇਣ ਵਾਲਾ ਵੀ ਉੱਥੇ ਹੈ ਤੇ ਲੈਣ ਵਾਲਾ। ਇਸ ਕਰਕੇ ਕਹਿੰਦੇ ਜਿਨਨੇ ਦਿੱਤਾ ਹੈ ਸਾਰਾ ਕੁਝ, ਜਿਨ ਦੀਏ ਤਿਸ ਬੁਝੈ ਨਾ, ਉਹਨੂੰ ਨਹੀਂ ਬੁਝਦਾ, ਉਹਨੂੰ ਵੇਖਦਾ ਨਹੀਂ। ਬੇਗਾਨਾ, ਉਹਨੂੰ ਬੇਗਾਨਾ ਸਮਝਦਾ, ਉਹਦੇ ਤੋਂ ਦੂਰ ਚਲਾ ਜਾਂਦਾ। ਹਜ਼ੂਰ ਕਹਿੰਦੇ ਨਾਮ ਵਿਸਾਰ ਨਾਨਕ ਪਛਤਾਨਾ। ਇਸ ਤਰ੍ਹਾਂ ਨਾਮ ਨੂੰ ਭੁੱਲਣ ਨਾਲ ਪਛਤਾਵੇ ਤੋਂ ਬਿਨਾਂ ਮਨੁੱਖ ਨੂੰ ਹੋਰ ਪੱਲੇ ਕੱਖ ਨਹੀਂ ਪੈਂਦਾ, ਉਹਨੂੰ ਪਛਤਾਉਣਾ ਪੈਂਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਰੀ ਉਮਰ ਸਪੋਰਟ ਕਰਦਾ ਰਹਿੰਦਾ ਹੈ ਤੇ ਅਖੀਰ ਨੂੰ ਉਹ ਜਵਾਬ ਦੇ ਜਾਂਦੇ ਨੇ। ਇਸ ਕਰਕੇ ਪਛਤਾਵਾ ਪੱਲੇ ਪੈਂਦਾ ਹੈ। ਫਿਰ ਜਦੋਂ ਇਸ ਤਰ੍ਹਾਂ ਦਾ ਨਕਸ਼ਾ ਸਤਿਗੁਰੂ ਨੇ ਦੱਸਿਆ ਤੇ ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਫਿਰ ਹੋਰ ਉਪਦੇਸ਼ ਬਖਸ਼ਿਸ਼ ਕਰੋ। ਹਜ਼ੂਰ ਕਹਿੰਦੇ ਗੁਰ ਕੀ ਮਤ ਤੂੰ ਲਹਿ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੂੰ ਆਪਣੇ ਗੁਰੂ ਕੋਲੋਂ ਕੁਝ ਸਿੱਖ, ਪੜ੍ਹਨ ਜਾ ਕੁਝ ਗੁਰੂ ਕੋਲੋਂ, ਕੋਈ ਲੈਸਨ ਲੈ ਉਹਦੇ ਕੋਲੋਂ। ਤੇ ਉਹਦੇ ਕੋਲੋਂ ਕਿਹੜੀ ਮੱਤ ਮਿਲੀ ਹੈ? ਹੇ ਇਆਣੇ ਮਨੁੱਖ, ਔਰ ਇਹ ਵੀ ਸੱਚਾਈ ਹੈ, ਇਆਣੇ ਤਾਂ ਕਿਹਾ ਮੱਤ ਉਹਨਾਂ ਨੂੰ ਮਿਲਦੀ ਜਿਹੜੇ ਇਆਣੇ ਹੋ ਜਾਂਦੇ, ਬੱਚਿਆਂ ਵਰਗੇ, ਜਿਹੜੇ ਕਹਿੰਦੇ ਸਾਨੂੰ ਆਉਂਦਾ ਕੁਝ ਨਹੀਂ, ਉਹ ਹੀ ਨੇ। ਜਿਵੇਂ ਕੱਲ ਬੇਨਤੀ ਸ਼ਾਇਦ ਕੀਤੀ ਸੀ, ਦੋ ਤਰ੍ਹਾਂ ਦਾ ਸਿੱਖ ਹੈ। ਪਹਿਲਾ ਸਿੱਖ ਕਹਿੰਦਾ ਹੈ ਵੀ ਇਹ ਕਿਉਂ ਪਾਠ ਕਿਉਂ ਕਰੀਦਾ, ਅੰਮ੍ਰਿਤ ਕਿਉਂ ਛਕਣਾ, ਉਹ ਪਹਿਲੀ ਤਰ੍ਹਾਂ ਦਾ ਸਿੱਖ ਤਰਕ ਕਰਦਾ ਹੈ। ਕਰ ਲੈਣਾ ਚਾਹੀਦਾ ਹੈ, ਪਰ ਇਹ ਨਹੀਂ ਭੁੱਲਣਾ ਚਾਹੀਦਾ ਵੀ ਜਿੰਨਾ ਚਿਰ ਮੈਂ ਕਿਉਂ ਕਹਿ ਰਿਹਾ ਉਹਨਾਂ ਚਿਰ ਮੈਂ ਸਿੱਖ ਨਹੀਂ ਹੋਇਆ ਅਜੇ। ਇਹ ਨਹੀਂ ਭੁੱਲਣਾ ਚਾਹੀਦਾ। ਤਰਕ ਕਰ ਲਓ, ਕੋਈ ਗੱਲ ਨਹੀਂ, ਮਾੜਾ ਨਹੀਂ, ਬਹੁਤ ਵਧੀਆ, ਪਰ ਇਹ ਨਹੀਂ ਭੁੱਲਣਾ ਚਾਹੀਦਾ ਜਿੰਨਾ ਚਿਰ ਮੈਂ ਗੁਰੂ ਕੋਲ ਸਵਾਲ ਕਰ ਰਿਹਾ ਨਾ ਵੀ ਆਹ ਜਿਹੜਾ ਤੁਸੀਂ ਕਿਹਾ ਹੈ ਇਹ ਕਿਉਂ ਕਰਾਂ ਮੈਂ, ਇਹਦੇ ਕੀ ਕਾਰਨ ਨੇ, ਕਿਉਂ ਕਰਨਾ ਚਾਹੀਦਾ, ਇਹ ਕਰ ਲੈਣਾ ਚਾਹੀਦਾ, ਮਾੜਾ ਨਹੀਂ। ਪਰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਜਿੰਨਾ ਚਿਰ ਮੈਂ ਤਰਕ ਕਰ ਰਿਹਾ ਉਹਨਾਂ ਚਿਰ ਮੈਂ ਤੁਹਾਡਾ ਸਿੱਖ ਨਹੀਂ, ਗੁਰੂ ਨੂੰ ਕਹਿਣਾ ਚਾਹੀਦਾ ਮੈਂ ਅਜੇ ਤੁਹਾਡੀ ਛਾਣਬੀਣ ਕਰ ਰਿਹਾ, ਅਜੇ ਤਾਂ ਮੈਂ ਇਨਕੁਆਰੀ ਕਰਨ ਵਾਲਾ ਹਾਂ। ਸਿੱਖ ਕਿੱਥੇ ਇਨਕੁਆਰੀ ਕਰਦਾ ਗੁਰੂ ਦੀ? ਉਹ ਪਰਤ ਕੇ ਪੁੱਛਦਾ ਹੀ ਨਹੀਂ ਕਿਉਂ ਕਰਨਾ ਹੈ, ਉਹਨੇ ਸਿਰਫ ਕਰਨਾ ਹੈ। ਕਿਉਂ ਕਰਨਾ ਉਹਦੀ ਜ਼ਿੰਦਗੀ ਵਿੱਚੋਂ ਨਸ਼ਟ ਹੋ ਜਾਂਦਾ, ਸਿਰਫ ਕਰਨਾ ਹੁੰਦਾ। ਤਾਂ ਪਹਿਲਾਂ ਕਿਉਂ ਕਰਨਾ ਇਸ ਕਲਾਸ ਵਿੱਚੋਂ ਲੰਘ ਜਾਣਾ ਚਾਹੀਦਾ, ਚੰਗੀ ਤਰ੍ਹਾਂ ਪੁੱਛ ਲੈਣਾ ਚਾਹੀਦਾ ਹੈ ਕਿਉਂ ਹੈ ਪਾਠ, ਕਿਉਂ ਹੈ ਗੁਰਬਾਣੀ, ਕਿਉਂ ਹੈ ਸਾਰਾ ਕੁਝ। ਜਦੋਂ ਕਰਨ ਹੀ ਲੱਗ ਪਏ ਪਰਤ ਕੇ ਫਿਰ ਕੀ ਵੇਖਣਾ, ਜੋ ਹੋਵੇ ਸੋ ਹੋਵੇ, ਕਰ ਦੇਣਾ ਚਾਹੀਦਾ। ਪਾਛੈ ਪਾਉ ਨਾ ਦੀਜੀਐ, ਆਗੇ ਹੋਏ ਸੋ ਹੋਏ। ਫਿਰ ਕੀ ਪੁੱਛਣਾ, ਬਚਾਏਗਾ ਕਿ ਨਹੀਂ ਬਚਾਏਗਾ, ਬਚਾਏਗਾ ਕਿ ਨਾ ਬਚਾਏਗਾ, ਜੋ ਹੈ ਉਹ ਠੀਕ ਹੈ। ਇਸ ਕਰਕੇ ਜਿੰਨਾ ਚਿਰ ਕਿਉਂ ਕਰਨਾ ਹੈ
ਉਹਨਾਂ ਚਿਰ ਆਪਣੇ ਆਪ ਨੂੰ ਸਿੱਖ ਮੰਨਣਾ ਆਪਣੇ ਆਪ ਨਾਲ ਧੋਖਾ ਕਰਨਾ ਹੈ। ਸਿੱਖ ਉਦਣ ਬਣਦਾ ਮਨੁੱਖ, ਸ਼ੁਰੂਆਤ ਉਦਣ ਹੁੰਦੀ ਹੈ ਜਿਸ ਦਿਨ ਉਹ ਕਹਿੰਦਾ ਹੈ ਤੁਸੀਂ ਦੱਸੋ ਕਰਨਾ ਕੀ ਹੈ, ਉੱਠ ਕੇ ਤੁਰਨਾ ਹੈ ਕਿ ਬੈਠੇ ਬੈਠੇ ਤੁਰਨਾ ਹੈ, ਜਿਵੇਂ ਕਹਿਣਾ ਦੱਸੋ, ਰਾਤ ਨੂੰ ਦਿਨ ਕਹਿਣਾ ਕਿ ਦਿਨ ਨੂੰ ਰਾਤ ਕਹਿਣਾ ਹੈ, ਕਿੱਥੇ ਕਰਨਾ ਹੈ, ਕੀ ਕਰਨਾ ਹੈ, ਇਹਦੇ ਬਾਰੇ ਛਾਨਣਾ ਨਹੀਂ ਹੈ, ਉਹਨੂੰ ਪੁਣਨਾ ਨਹੀਂ ਹੈ, ਉਹਨੂੰ ਵੇਖਣਾ ਨਹੀਂ, ਸਿਰਫ ਉੱਥੇ ਕਰਨਾ ਹੀ ਹੁੰਦਾ ਹੈ। ਉਸ ਦਿਨ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹੋ ਜਾਂਦੇ। ਇਹ ਦੋ ਕੈਟੇਗਰੀ ਹੈ ਸਿੱਖ ਦੇ ਜੀਵਨ ਦੀ। ਸਾਨੂੰ ਅਜੇ ਤੱਕ ਸ਼ਾਇਦ ਪਤਾ ਨਾ ਹੋਵੇ ਆਪਾਂ ਕਿਹੜੀ ਵਿੱਚ ਖੜੇ ਹਾਂ। 20 ਸਾਲ ਹੋ ਗਏ ਸਾਨੂੰ ਸਿੱਖੀ ਕਮਾਉਂਦਿਆਂ ਨੂੰ, ਅਜੇ ਵੀ ਪੁੱਛ ਰਹੇ ਹਾਂ ਪਾਠ ਕਿਉਂ ਕਰਨਾ, ਸਮਝ ਨਹੀਂ ਆਈ। ਤੇ ਸਮਝ ਕਦੀ ਆਉਂਦੀ ਹੈ ਨਹੀਂ, ਸਮਝ ਤੋਂ ਅੱਗੇ ਲੰਘਣਾ ਪੈਂਦਾ। ਸਮਝ ਆਉਣ ਵਾਲੀ ਚੀਜ਼ ਹੀ ਨਹੀਂ ਹੈ। ਸਮਝ ਕਦੀ ਨਹੀਂ ਕਿਸੇ ਨੂੰ ਆਉਂਦੀ, ਸਮਝ ਨੂੰ ਛੱਡ ਕੇ ਅੱਗੇ ਹੋਣਾ ਪੈਂਦਾ, ਫਿਰ ਉਹ ਛੁੱਟਦੀ ਹੈ। ਇਸ ਕਰਕੇ ਕਹਿੰਦੇ ਤੂੰ ਗੁਰੂ ਤੋਂ ਮਤ ਲੈ ਹੇ ਇਆਣੇ ਮਨੁੱਖ, ਗੁਰ ਕੀ ਮਤ ਤੂੰ ਲਹਿ ਇਆਣੇ। ਤੇ ਗੁਰੂ ਕੋਲ ਜਦੋਂ ਗਏ, ਜਦੋਂ ਸਿੱਖੀ ਧਾਰਨ ਕਰ ਲਈ, ਉੱਥੋਂ ਕੀ ਮਿਲਿਆ ਗੁਰੂ ਕੋਲੋਂ ਉਪਦੇਸ਼, ਕੀ ਸਿੱਖਿਆ ਪ੍ਰਾਪਤ ਹੋਈ। ਪੂਰੇ ਗੁਰੂ ਨੇ ਇੱਕ ਸੱਚ ਦਾ ਪ੍ਰਗਟਾਵਾ ਕੀਤਾ। ਕਹਿੰਦੇ ਭਗਤ ਬਿਨਾ ਬਹੁ ਡੂਬੇ ਸਿਆਣੇ। ਬੜੇ ਸਿਆਣੇ, ਬੜੇ ਪੜ੍ਹੇ, ਬੜੇ ਗੱਲਾਂ ਜਾਣਨ ਵਾਲੇ ਗੁਰੂ ਨੇ ਦੱਸਿਆ ਵੇਖ ਬਾਹਰ ਡੁੱਬੇ ਪਏ ਨੇ। ਇੱਕ ਆਦਮੀ 5 ਸਾਲ ਦੀ ਸਟੱਡੀ ਤੇ ਸੀ। ਉਹ ਸਟੱਡੀ ਸੀ ਕਿ ਬੰਦਾ ਤਰਦਾ ਕਿਵੇਂ ਹੈ। 5 ਸਾਲ ਇੱਕ ਕਮਰੇ ਵਿੱਚ ਬੈਠ ਕੇ, ਭਰਿਆ ਹੋਇਆ ਕਮਰਾ ਕਿਤਾਬਾਂ ਦਾ, ਸਾਰੀਆਂ ਤੇ ਇੱਕੋ ਹੀ ਚੀਜ਼ ਦੀ ਸਟੱਡੀ ਲਿਖੀ ਹੋਈ ਸੀ ਕਿ ਤਰੀ ਦਾ ਕਿਵੇਂ ਹੈ, ਪਾਣੀ ਕਿੰਨਾ ਕੁ ਹੁੰਦਾ ਹੈ ਤੇ ਉਹਦੇ ਵਿੱਚ ਕਿਵੇਂ ਤਰੀਦਾ। 5 ਸਾਲ ਪੜ੍ਹਦਾ ਰਿਹਾ। ਇੱਕ ਦਿਨ ਉਹਦਾ ਮਿੱਤਰ ਕਹਿੰਦਾ ਹੈ ਵੀ ਚੱਲ ਥੋੜ੍ਹਾ ਜਿਹਾ ਘੁੰਮ ਕੇ ਆਈਏ। ਗਏ, ਦਰਿਆ ਸੀ ਲੱਥਾ ਹੋਇਆ, ਅੱਗੇ ਨਿਕਲ ਗਿਆ ਥੋੜ੍ਹਾ ਜਿਹਾ ਤੇ ਦਰਿਆ ਵਿੱਚ ਇੱਕਦਮ ਪਾਣੀ ਆ ਗਿਆ। ਜਦੋਂ ਪਾਣੀ ਆ ਗਿਆ ਤੇ ਜਿਹੜਾ ਮਿੱਤਰ ਨਾਲ ਲੈ ਕੇ ਗਿਆ ਸੀ ਨਾ, ਉਸ ਸੱਜਣ ਨੂੰ, ਜਿਹੜਾ ਤਰਨ ਦੇ ਉੱਤੇ ਸਟੱਡੀ ਕਰ ਰਿਹਾ ਸੀ, ਉਹਨੂੰ ਕਹਿੰਦਾ ਵੀ ਪਾਣੀ ਆ ਗਿਆ, ਤੈਨੂੰ ਤੇ ਪਰਵਾਹ ਕੋਈ ਨਹੀਂ ਕਿਉਂਕਿ ਤੂੰ 5 ਸਾਲ ਤੋਂ ਸਟੱਡੀ ਕਰ ਰਿਹਾ, ਤਰੀ ਦਾ ਕਿਵੇਂ ਹੈ। ਪਰ ਉਹ ਘਬਰਾ ਗਿਆ ਜਿਹੜਾ ਸਟੱਡੀ ਕਰ ਰਿਹਾ ਸੀ। ਉਹਨੇ ਕਿਹਾ ਮੈਂ ਪੜ੍ਹਦਾ ਰਿਹਾ ਪਰ ਪਾਣੀ ਵਿੱਚ ਥੋੜ੍ਹੀ ਗਿਆ ਕਦੀ, ਤਰਨਾ ਤੇ ਸਿੱਖਿਆ ਨਹੀਂ, ਪੜ੍ਹਦਾ ਜ਼ਰੂਰ ਰਿਹਾ ਤਰੀ ਦਾ ਕਿਵੇਂ। ਪਰ ਜਿਹੜਾ ਦੂਜਾ ਉਹਨੇ ਪੜ੍ਹਿਆ ਨਹੀਂ ਸੀ, ਉਹ ਪਾਣੀ ਵਿੱਚ ਤਰ ਲੈਂਦਾ ਸੀ, ਉਹ ਪਾਣੀ ਵਿੱਚ ਡੁਬਕੀਆਂ ਲਾਉਂਦਾ ਸੀ, ਹੱਥ ਪੈਰ ਮਾਰਦਾ ਸੀ ਪਹਿਲਾਂ। ਉਹਨੇ ਕਿਹਾ ਤੂੰ 5 ਸਾਲ ਪੜ੍ਹਿਆ, ਤੈਨੂੰ ਤੇ ਪਰਵਾਹ ਨਹੀਂ, ਮੈਂ ਤੇ ਮਾੜਾ ਮੋਟਾ ਜਾਣਨਾ। ਜਦੋਂ ਪਾਣੀ ਆਇਆ ਸਾਧ ਸੰਗਤ, ਜਿਹੜਾ ਪੜ੍ਹਿਆ ਨਹੀਂ ਸੀ ਉਹ ਤਰਨ ਲੱਗ ਪਿਆ ਤੇ ਦੂਜਾ ਡੁੱਬਣ ਲੱਗ ਪਿਆ। ਜਿਹੜਾ ਪੜ੍ਹਦਾ ਸੀ ਉਹ ਡੁੱਬਦਾ। ਉਹਨੇ ਮਸਾਂ ਖਿੱਚ ਕੇ ਬਾਹਰ ਕੱਢਿਆ। ਆ ਕੇ ਉਹਨੇ ਸਭ ਕਿਤਾਬਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਇੱਕ ਸੱਚ ਪ੍ਰਗਟ ਹੋਇਆ, ਪੜ੍ਹਨ ਨਾਲ ਕਦੇ ਕੋਈ ਤਰਦਾ ਨਹੀਂ, ਤਰਨ ਨਾਲ ਕੋਈ ਤਰਦਾ। ਖਿਆਲ ਰੱਖਣਾ, ਸਾਨੂੰ ਵੀ ਇਹ ਭੁਲੇਖਾ ਪੈ ਗਿਆ ਸਟੱਡੀ ਦਾ, ਸਾਨੂੰ ਵੀ ਭੁਲੇਖਾ ਪੈ ਗਿਆ ਅਖਰੀ ਗਿਆਨ ਦਾ। ਬਸ ਉਹਦੇ ਵਾਲੀ ਹਾਲਤ ਹੈ ਸਾਡੀ। ਪਾਣੀ ਜਿੱਦਣ ਆਇਆ ਸਾਧ ਸੰਗਤ, ਦੂਜਿਆਂ ਨੇ ਕੱਢਣਾ, ਤਰਨ ਦੀ ਜਾਂਚ ਨਹੀਂ ਸਿੱਖੀ ਕਦੀ। ਤਰਨ ਬਾਰੇ ਜਿੰਨਾ ਮਰਜ਼ੀ ਸਿੱਖ ਲਓ, ਜਿੰਨੇ ਤਰਨਾ ਜਾਣਨਾ ਉਹਨੂੰ ਕੁਝ ਨਾ ਕੁਝ ਡੁੱਬਣਾ ਪਏਗਾ। ਖਿਆਲ ਰੱਖਣਾ, ਪਾਣੀ ਵਿੱਚ ਉਤਰੇਗਾ ਤਾਂ ਹੀ ਸਿੱਖੇਗਾ ਨਾ। ਕਿਨਾਰੇ ਤੇ ਬਹਿ ਕੇ ਸਾਰੀ ਉਮਰ ਸਿੱਖਦੇ ਰਹੋ ਵੀ ਕਿਵੇਂ ਤਰੀਦਾ, ਦੱਸਣ ਵਾਲੇ ਦੱਸ ਵੀ ਦੇਣਗੇ, ਹੱਥ ਪੈਰ ਇਸ ਤਰ੍ਹਾਂ ਮਾਰੀ ਦੇਣੇ। ਪਰ ਉਹਦੀ ਇੱਕੋ ਹੀ ਸ਼ਰਤ ਹੈ ਕਿ ਉਹ ਪਾਣੀ ਦੇ ਵਿੱਚ ਜਾਣਾ ਪਏਗਾ ਇੱਕ ਵਾਰੀ, ਔਰ ਥੋੜ੍ਹਾ ਜਿਹਾ ਖਤਰਾ ਮੁੱਲ ਲੈਣਾ ਪਏਗਾ ਕਿਉਂਕਿ ਪਹਿਲੀ ਵਾਰੀ ਤਰਨਾ ਹੈ। ਇਸ ਤਰ੍ਹਾਂ ਦਾ ਜੀਵਨ ਹੈ। ਧਰਮ ਵਿੱਚ ਜੋ ਕੁਝ ਕਿਹਾ ਗਿਆ ਹੈ ਉਹ ਪਹਿਲੀ ਵਾਰੀ ਹੁੰਦਾ ਹੈ। ਹਾਂ, ਇਹਦੇ ਵਿੱਚ ਲਾਭ ਹੋ ਜਾਂਦਾ, ਤਰਨ ਵਾਲਿਆਂ ਦੇ ਵਿੱਚ ਤਰਨ ਵਿੱਚ ਫਾਇਦਾ ਹੈ। ਜੇ ਬੰਦਾ ਡੁੱਬਦਾ ਦਿਸੇ, ਕਿਤੇ ਨਾ ਕਿਤੇ ਹੱਥ ਪੈਰ ਕੋਈ ਨਾ ਕੋਈ ਪਕੜ ਲੈਂਦਾ। ਤਾਂ ਹੀ ਇਹ ਚੀਜ਼ ਦਿੱਤੀ ਸਾਧ ਸੰਗਤ। ਇਸ ਕਰਕੇ ਇਹ ਚੀਜ਼ਾਂ ਪੜ੍ਹਨ ਵਾਲੀਆਂ ਨਹੀਂ, ਤਰਨ ਵਾਲੀਆਂ ਨੇ, ਕੰਮ ਕਰਨ ਵਾਲੀਆਂ ਨੇ, ਨਾ ਇਹ ਸੁਣਨ ਵਾਲੀਆਂ ਨੇ। ਖਿਆਲ ਰੱਖਣਾ, ਇਹ ਤੇ ਸਿਰਫ ਇੱਕ ਸਲਫ ਹੈ। ਸਲਫ ਸਿਰਫ ਸਟਾਰਟਿੰਗ ਵਾਸਤੇ ਹੁੰਦਾ ਹੈ, ਗੱਡੀ ਨੂੰ ਤੋਰਨ ਵਾਸਤੇ ਨਹੀਂ ਹੁੰਦਾ। ਤੁਰਨਾ ਉਹਨੂੰ ਆਪਣੇ ਹਿਸਾਬ ਨਾਲ ਪੈਂਦਾ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਪੜ੍ਹਨ ਵਾਲਿਆਂ ਨੂੰ, ਕਹਿੰਦੇ ਪੜ੍ਹੋ ਜ਼ਰੂਰ, ਜਿੰਨਾ ਕੁ ਪੜ੍ਹੋ ਉਹਨਾਂ ਕਰਕੇ ਵੇਖ ਲੈਣਾ। ਐਵੇਂ ਨਾ ਪੜ੍ਹ ਗੱਡੀ ਲੱਦੀ ਹੈ
पढ़ पढ़ भरिए साथ, भगत बिना बहु डूबे सियाणे। ते पढ़ना की है? भट्टा ने कहा जदों गुरु अमरदास पातशाह आए गुरु अंगद देव जी कोल, उन्होंने पढ़ाई की। वो पढ़ाई किहड़ी सी? तैं पढ़ियो एक मन धरियो, एक कर एक पछाणियो। एक दी पढ़ाई करनी। भगत बिना बहुत डूबे सियाणे, बड़े बड़े सियाणे डुब गए। हजूर कहंदे हर की भगत करहो मन मीत। हे मित्र, अपने मन विच वाहिगुरू दी भगती कर। सतगुरु उहदे नाल की होवेगा? कहंदे निर्मल होए तुम्हारो चीत। उस भगती नाल तेरे मन दे विच जिहड़ी तू बाहरों मैल खिंची है बिना लोड़ तो संसार विचों, वो ले जाएगी तो तेरा अंदरला साफ हो जाएगा, उज्जल, तेरा भार घट जाएगा। पर यह नहीं भुलना चाहिए, जिन्ना चिर मैं गुरु कोल सवाल कर रहा ना भी आ जिहड़ा तुसीं कहा है ये क्यों करा, मैं ये की कारण ने, क्यों करना चाहिए, ये कर लेना चाहिए, माड़ा नहीं। पर एक गल नहीं भुलनी चाहिए, जिन्ना चिर मैं तर्क कर रहा उन्ना चिर मैं तुहाडा सिख नहीं, गुरु नूं कहना चाहिए मैं अजे तुहाडी छाणबीण कर रहा, अजे तो मैं इनकुआरी करने वाला हाँ। सिख किथे इनकुआरी करदा गुरु दी? वो परत के पुछदे ही नहीं क्यों करना है, उन्हें सिर्फ करना है। क्यों करना उहदी जिंदगी विचों नष्ट हो जाता है। सिर्फ करना हुंदा तां पहला क्यों करना इस क्लास विचों लंघ जाना चाहिए, चंगी तरह पुछ लेना चाहिए क्यों है पाठ, क्यों है गुरबाणी, क्यों है सारा कुछ। जदों करने लग पे परत के फिर की वेखना, जो होवे सो होवे, कर देना चाहिए। पाछे पाँव न दीजिए आगे होए सो होए। फिर की पुछना बचाएगा कि नहीं बचाएगा, बचाएगा कि ना बचाएगा, जो है वो ठीक है। इस करके जिन्ना चिर क्यों करना है उन्ना चिर अपने आप नूं सिख मनना, अपने आप नाल धोखा करना है। सिख उदण बनदा मनुख, शुरुआत उदण हुंदी है जिस दिन वो कहंदा है तुसीं दसो करना की है। उठ के तुरना है कि बैठे बैठे तुरना है? जिवें कहना दसो, रात नूं दिन कहना है कि दिन नूं रात कहना है? कित्थे करना है, की करना है, इहदे बारे छानना नहीं है, उन्होंने पुणना नहीं है, उन्होंने वेखना नहीं, सिर्फ उत्थे करना ही हुंदा है। उदन असी सिख अखवाउण दे हकदार हो जाने। ये दो कैटेगरी है सिख दे जीवन दी। सानू अजे तक शायद पता ना होवे आपां किहड़ी विच खड़े हैं। 20 साल हो गए सानू सिक्खी कमाउंदिआं नूं, अजे भी पुछ रहे हैं पाठ क्यों करना है, समझ नहीं आई। ते समझ कदी आउंदी ही नहीं, समझ तो अगे लंघना पैंदा। समझ आउण वाली चीज़ ही नहीं है। समझ कदी नहीं किसी नूं आउंदी, समझ नूं छड्ड के अगे होना पैंदा, फिर वो छुटदी है। इस करके कहंदे तू गुरु तो मत लै हे इयाणे मनुख, गुर की मत तू लेहे इयाणे। ते गुरु कोल जदों गए, जदों सिੱਖੀ धारण कर लई, उत्थों की मिलिया गुरु कोलों उपदेश, की सिੱਖਿਆ प्राप्त हुई। पूरे गुरु ने एक सच दा प्रगटावा किया। कहंदे भगत बिना बहु डूबे सियाणे। बड़े सियाणे, बड़े पढ़े, बड़े गल्लां जानन वाले गुरु ने दसिया वेख बाहर डुबे पे ने। एक आदमी 5 साल की स्टडी ते सी। वो स्टडी सी कि बंदा तरदा किवें है। 5 साल एक कमरे विच बैठ के, भरिया होया कमरा किताबां दा, सारियां ते इक्को ही चीज़ की स्टडी लिखी हुई सी कि तरी दा किवें है, पानी किन्ना कुं हुंदा है ते उहदे विच किवें तरी दा। 5 साल पढ़दा रहा। एक दिन उहदा मित्र कहंदा है भी चल थोड़ा जिहा घुम के आईए। गए, दरिया सी लथा होया, अगे निकल गया थोड़ा जिहा ते दरिया विच एकदम पानी आ गया। जदों पानी आ गया तो जिहड़ा मित्र नाल लैके गया सी ना, उस सज्जन नूं जिहड़ा तरन दे उत्ते स्टडी कर रहा सी, उहनूं कहंदा भी पानी आ गया तैनूं ते परवाह कोई नहीं, क्योंकि तू 5 साल तो स्टडी कर रहा, तरी दा किवें है। पर वो घबरा गया जिहड़ा स्टडी कर रहा सी।
ਉਹਨੇ ਕਿਹਾ ਮੈਂ ਪੜ੍ਹਦਾ ਰਿਹਾ ਪਰ ਪਾਣੀ ਵਿੱਚ ਥੋੜ੍ਹੀ ਗਿਆ ਕਦੀ, ਤਰਨਾ ਤੇ ਸਿੱਖਿਆ ਨਹੀਂ। ਪੜ੍ਹਦਾ ਜ਼ਰੂਰ ਰਿਹਾ, ਤਰੀ ਦਾ ਕਿਵੇਂ। ਪਰ ਜਿਹੜਾ ਦੂਜਾ ਉਹਨੇ ਪੜ੍ਹਿਆ ਨਹੀਂ ਸੀ, ਉਹ ਪਾਣੀ ਵਿੱਚ ਤਰ ਲੈਂਦਾ ਸੀ, ਉਹ ਪਾਣੀ ਵਿੱਚ ਡੁਬਕੀਆਂ ਲਾਉਂਦਾ ਸੀ, ਹੱਥ ਪੈਰ ਮਾਰਦਾ ਸੀ ਪਹਿਲਾਂ। ਉਹਨੇ ਕਿਹਾ ਤੂੰ 5 ਸਾਲ ਪੜ੍ਹਿਆ, ਤੈਨੂੰ ਤੇ ਪਰਵਾਹ ਨਹੀਂ, ਮੈਂ ਤੇ ਮਾੜਾ ਮੋਟਾ ਜਾਣਨਾ। ਜਦੋਂ ਪਾਣੀ ਆਇਆ ਸਾਧ ਸੰਗਤ, ਜਿਹੜਾ ਪੜ੍ਹਿਆ ਨਹੀਂ ਸੀ ਉਹ ਤਰਨ ਲੱਗ ਪਿਆ ਤੇ ਦੂਜਾ ਡੁੱਬਣ ਲੱਗ ਪਿਆ। ਜਿਹੜਾ ਪੜ੍ਹਦਾ ਸੀ ਉਹ ਡੁੱਬਦਾ, ਉਹਨੇ ਮਸਾਂ ਖਿੱਚ ਕੇ ਬਾਹਰ ਕੱਢਿਆ। ਆ ਕੇ ਉਹਨੇ ਸਭ ਕਿਤਾਬਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਇੱਕ ਸੱਚ ਪ੍ਰਗਟ ਹੋਇਆ, ਪੜ੍ਹਨ ਨਾਲ ਕਦੇ ਕੋਈ ਤਰਦਾ ਨਹੀਂ, ਤਰਨ ਨਾਲ ਕੋਈ ਤਰਦਾ। ਖਿਆਲ ਰੱਖਣਾ, ਸਾਨੂੰ ਵੀ ਇਹ ਭੁਲੇਖਾ ਪੈ ਗਿਆ ਸਟੱਡੀ ਦਾ, ਸਾਨੂੰ ਵੀ ਭੁਲੇਖਾ ਪੈ ਗਿਆ ਅਖਰੀ ਗਿਆਨ ਦਾ। ਬਸ ਉਹਦੇ ਵਾਲੀ ਹਾਲਤ ਹੈ ਸਾਡੀ। ਪਾਣੀ ਜਿੱਦਣ ਆਇਆ ਸਾਧ ਸੰਗਤ, ਦੂਜਿਆਂ ਨੇ ਕੱਢਣਾ, ਤਰਨ ਦੀ ਜਾਚ ਨਹੀਂ ਸਿੱਖੀ ਕਦੀ। ਤਰਨ ਬਾਰੇ ਜਿੰਨਾ ਮਰਜ਼ੀ ਸਿੱਖ ਲਓ, ਜਿੰਨੇ ਤਰਨਾ ਜਾਣਨਾ ਉਹਨੂੰ ਕੁਝ ਨਾ ਕੁਝ ਡੁੱਬਣਾ ਪਏਗਾ। ਖਿਆਲ ਰੱਖਣਾ, ਪਾਣੀ ਵਿੱਚ ਉਤਰੇਗਾ ਤਾਂ ਹੀ ਸਿੱਖੇਗਾ ਨਾ। ਕਿਨਾਰੇ ਤੇ ਬਹਿ ਕੇ ਸਾਰੀ ਉਮਰ ਸਿੱਖਦੇ ਰਹੋ ਵੀ ਕਿਵੇਂ ਤਰੀ ਦਾ, ਦੱਸਣ ਵਾਲੇ ਦੱਸ ਵੀ ਦੇਣਗੇ, ਹੱਥ ਪੈਰ ਇਸ ਤਰ੍ਹਾਂ ਮਾਰੀ ਦੇਣ, ਪਰ ਉਹਦੀ ਇੱਕੋ ਹੀ ਸ਼ਰਤ ਹੈ ਕਿ ਉਹ ਪਾਣੀ ਦੇ ਵਿੱਚ ਜਾਣਾ ਪਏਗਾ ਇੱਕ ਵਾਰੀ, ਔਰ ਥੋੜਾ ਜਿਹਾ ਖਤਰਾ ਮੁੱਲ ਲੈਣਾ ਪਏਗਾ, ਕਿਉਂਕਿ ਪਹਿਲੀ ਵਾਰੀ ਤਰਨਾ ਹੈ। ਇਸ ਤਰ੍ਹਾਂ ਦਾ ਜੀਵਨ ਹੈ। ਧਰਮ ਵਿੱਚ ਜੋ ਕੁਝ ਕਿਹਾ ਗਿਆ ਹੈ ਉਹ ਪਹਿਲੀ ਵਾਰੀ ਹੁੰਦਾ ਹੈ। ਹਾਂ, ਇਹਦੇ ਵਿੱਚ ਲਾਭ ਹੋ ਜਾਂਦਾ, ਤਰਨ ਵਾਲਿਆਂ ਦੇ ਵਿੱਚ ਤਰਨ ਵਿੱਚ ਫਾਇਦਾ ਹੈ। ਜੇ ਬੰਦਾ ਡੁੱਬਦਾ ਦਿਸੇ, ਕਿਤੇ ਨਾ ਕਿਤੇ ਹੱਥ ਪੈਰ ਕੋਈ ਨਾ ਕੋਈ ਪਕੜ ਲੈਂਦਾ। ਤਾਂ ਹੀ ਇਹ ਚੀਜ਼ ਦਿੱਤੀ ਸਾਧ ਸੰਗਤ। ਇਸ ਕਰਕੇ ਇਹ ਚੀਜ਼ਾਂ ਪੜ੍ਹਨ ਵਾਲੀਆਂ ਨਹੀਂ, ਤਰਨ ਵਾਲੀਆਂ ਨੇ, ਕੰਮ ਕਰਨ ਵਾਲੀਆਂ ਨੇ, ਨਾ ਇਹ ਸੁਣਨ ਵਾਲੀਆਂ ਨੇ। ਖਿਆਲ ਰੱਖਣਾ, ਇਹ ਤੇ ਸਿਰਫ ਇੱਕ ਸਲਫ ਹੈ। ਸਲਫ ਸਿਰਫ ਸਟਾਰਟਿੰਗ ਵਾਸਤੇ ਹੁੰਦਾ ਹੈ, ਗੱਡੀ ਨੂੰ ਤੋਰਨ ਵਾਸਤੇ ਨਹੀਂ ਹੁੰਦਾ। ਤੁਰਨਾ ਉਹਨੂੰ ਆਪਣੇ ਹਿਸਾਬ ਨਾਲ ਪੈਂਦਾ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਪੜ੍ਹਨ ਵਾਲਿਆਂ ਨੂੰ, ਕਹਿੰਦੇ ਪੜ੍ਹੋ ਜ਼ਰੂਰ, ਜਿੰਨਾ ਕੁ ਪੜ੍ਹੋ ਉਹਨਾਂ ਕਰਕੇ ਵੇਖ ਲੈਣਾ। ਐਵੇਂ ਨਾ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੇ ਪੜ੍ਹਨਾ ਕੀ ਏ? ਭੱਟਾਂ ਨੇ ਕਿਹਾ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਆਏ ਗੁਰੂ ਅੰਗਦ ਦੇਵ ਜੀ ਕੋਲ, ਉਹਨਾਂ ਨੇ ਪੜ੍ਹਾਈ ਕੀਤੀ। ਉਹ ਪੜ੍ਹਾਈ ਕਿਹੜੀ ਸੀ? ਤਾਂ ਪੜ੍ਹਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਇੱਕ ਦੀ ਪੜ੍ਹਾਈ ਕਰਨੀ। ਭਗਤ ਬਿਨਾ ਬਹੁਤ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਡੁੱਬ ਗਏ। ਹਜ਼ੂਰ ਕਹਿੰਦੇ ਹਰ ਕੀ ਭਗਤ ਕਰੋ ਮਨ ਮੀਤ। ਹੇ ਮਿੱਤਰ, ਆਪਣੇ ਮਨ ਵਿੱਚ ਵਾਹਿਗੁਰੂ ਦੀ ਭਗਤੀ ਕਰ। ਸਤਿਗੁਰੂ ਉਹਦੇ ਨਾਲ ਕੀ ਹੋਵੇਗਾ? ਕਹਿੰਦੇ ਨਿਰਮਲ ਹੋਏ ਤੁਮਾਰੋ ਚੀਤ। ਉਸ ਭਗਤੀ ਨਾਲ ਤੇਰੇ ਮਨ ਦੇ ਵਿੱਚ ਜਿਹੜੀ ਤੂੰ ਬਾਹਰੋਂ ਮੈਲ ਖਿੱਚੀ ਹੈ ਬਿਨਾਂ ਲੋੜ ਤੋਂ ਸੰਸਾਰ ਵਿੱਚੋਂ, ਉਹ ਲੈ ਜਾਏਗੀ ਤੇ ਤੇਰਾ ਅੰਦਰਲਾ ਸਾਫ਼ ਹੋ ਜਾਏਗਾ, ਉਜਲ, ਤੇਰਾ ਭਾਰ ਘਟ ਜਾਏਗਾ। ਫਿਰ ਕਹਿੰਦੇ ਚਰਨ ਕਮਲ ਰਾਖੋ ਮਨ ਮਾਹੇ। ਜਿਹੜੀ ਭਗਤੀ ਨੂੰ ਤੂੰ ਕਰਨਾ ਹੈ ਨਾ, ਜਿਹੜੇ ਨਾਮ ਨੂੰ ਜਪਣਾ ਹੈ, ਉਹਨੂੰ ਪਹਿਲਾਂ ਜਪਿਆ ਕਰ, ਉਦੋਂ ਕਰਮ ਹੁੰਦਾ ਹੈ। ਫਿਰ ਉਹਦੀ ਆਵਾਜ਼ ਨੂੰ ਅੰਦਰ ਟਿਕਾਓ, ਉਹਨੂੰ ਕਹਿੰਦੇ ਨੇ ਚਰਨ ਕਮਲ ਰਾਖੋ ਮਨ ਮਾਹੇ, ਮਨ ਵਿੱਚ ਟਿਕਾਈ ਰੱਖਣਾ। ਸਤਿਗੁਰੂ ਉਹਦੇ ਨਾਲ ਕੀ ਹੋਵੇਗਾ? ਜੇ ਮਨ ਵਿੱਚ ਚਰਨ ਕਮਲ ਟਿਕਾਈਏ, ਯਾਦ ਨੂੰ ਕਾਇਮ ਰੱਖੀਏ। ਕਹਿੰਦੇ ਉਹਦੇ ਨਾਲ ਜਨਮ ਜਨਮ ਕੇ ਕਿਲ ਬਿਖ ਜਾਹੇ। ਕਈ ਜਨਮਾਂ ਦੀਆਂ ਪੁਰਾਣੀਆਂ ਮੈਲਾਂ ਸਾਡੇ ਵਿੱਚ ਪਈਆਂ ਹੋਈਆਂ ਨੇ, ਜੋ ਅਸੀਂ ਨਾਲੋਂ ਨਾਲ ਨਹੀਂ ਧੋਤੀਆਂ ਸਨ, ਉਹਦੇ ਕਾਰਨ ਹੀ ਅੱਜ ਦੁੱਖ ਹੈ। ਤਾਂ ਚਰਨ ਕਮਲਾਂ ਦੀ ਯਾਦ, ਅੰਦਰ ਨਾਮ ਦੀ ਯਾਦ, ਉਸ ਮੈਲ ਨੂੰ, ਕਈ ਜਨਮਾਂ ਦੇ ਕਿਲ ਬਿਖ ਜ਼ਹਿਰ ਨਾਲ ਭਰੇ ਹੋਏ ਜਿਹੜੇ ਫੋੜੇ ਨੇ, ਪੁਰਾਣੇ ਜ਼ਖਮ, ਪੁਰਾਣੇ ਸੰਸਕਾਰ, ਉਹ ਟੁੱਟ ਜਾਣਗੇ। ਇੱਥੋਂ ਤੱਕ ਸਤਿਗੁਰੂ ਘਾਲਣਾ ਦੀ ਗੱਲ ਕਰ ਰਹੇ ਨੇ। ਪਰ ਜਿਹਨੇ ਆਪਣੇ ਕਿਲ ਵਿਖ ਖਤਮ ਕਰ ਦਿੱਤੇ ਨਾ, ਉਹਨੂੰ ਫਿਰ ਸਤਿਗੁਰੂ ਨੇ ਅਗਲੇ ਕੰਮ ਤੇ ਲਾ ਦਿੱਤਾ। ਉਹ ਅਗਲਾ ਕੰਮ ਕਿਹੜਾ ਸੀ? ਕਹਿੰਦੇ ਆਪ ਜਪੋ ਅਵਰਾ ਨਾਮ ਜਪਾਵੋ। ਹੁਣ ਉਹਨੂੰ ਤੂੰ ਆਪ ਵੀ ਮਾਣ ਤੇ ਦੂਜਿਆਂ ਨੂੰ ਦੱਸ ਵੀ ਇਹ ਕੀ ਵਸਤੂ ਹੈ। ਉਹਦੀ ਫਿਰ ਇੱਕ ਡਿਊਟੀ ਹੋ ਜਾਂਦੀ। ਜਿਵੇਂ ਵਿਦਿਆਰਥੀ ਜਿਸ ਸਕੂਲ ਵਿੱਚ ਪੜ੍ਹਦਾ ਰਹਿੰਦਾ ਹੈ, ਫਿਰ ਜਦੋਂ ਪਾਸ ਕਰ ਜਾਂਦਾ ਤੇ ਉਹਨੂੰ ਟੀਚਰ ਉੱਥੇ ਰੱਖ ਦਿੰਦੇ ਵੀ ਹੁਣ ਤੂੰ ਪੜ੍ਹਾ, ਅੱਗੇ ਮੋਨੀਟਰ ਹੋ ਜਾਂਦਾ, ਪੜ੍ਹਾਉਂਦਾ ਹੈ। ਇਸ ਤਰ੍ਹਾਂ ਕਹਿੰਦੇ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ।
उस वाहिगुरू की सतगुरु की सिक्ख्या नूं सुनो पहलां चंगी तरह, मूँह तो उसनूं कहत बोलो ते रहतदार ते जीवन विच धारण कर लो। इस तरह तुहानूं उच्ची पदवी की प्राप्ति हो जाएगी। सार भूत सत हर को नाओ। सार भूत, भूत का अर्थ है तत्त। जिवें आ 5 भौतिक विग्यान तुसीं पढ़िया होवेगा। भौतिक विग्यान उहनूं कहिंदे जिहदे विच तत्तां दा ज्ञान दिता जांदा है कि तत्त की है संसार दे विच, 5 तत्त किहड़े किहड़े ने, पानी अग्नि हवा। कहिंदे जिहड़ा नाम है ना उहदे विच सूक्ष्म तौर ते सारे तत्त जिहड़े मौजूद ने, सार भूत सारे तत्त उहदे विच ने। उहदे विचों जिहड़ा मर्जी तत्त पैदा कर लो। नाम इन्ना वड्डा तत्त है, सारे तत्त उहदे विचों कढे जा सकदे ने। परमात्मा ने उहदे विचों सारे तत्त बनाए ने। इस करके कहिंदे सार भूत सत हर को नाम। कायम रहण वाला नाम बहुत वड्डा तत्त है। सहज सुभाए नानक गुण गाओ। उहदे गुण गाउणे चाहीदे ने। किवें गाउणे चाहीदे ने? सहज सुभाए, मन नूं सहज विच रख के, मन नूं धीरज विच रख के, मन नूं टिका विच रख के फिर गाउणे चाहीदे ने। घट्टो घट सिख नूं इह प्रबंध कर लेना चाहीदा है कि जदों उन्हें नितनेम करना है उहदा मन उत्तेजित ना होवे, उस तो पहला ख्याल करे, इस तरह का समा लैके आवे, इस तरह की अवस्था बनावे। ध्यान रखना है बहुत जरूरी है। जदों सिख ने नितनेम करना उहदे तो पहला कुछ काम करने बड़े जरूरी ने। जिवें किसी ने प्रशादा छकना होवे ते उत्ते बैण वाला थां सुधारदा पहला, ये नहीं भी कूड़े ते बैठ जांदा है। जे शरीर नाल नितनेम करना है उन्होंने सोधना पहला बहुत जरूरी है इशनान द्वारा। फिर मन नूं सोधना जरूरी है। सारे दिन दीयां चीज़ां अंदरों कढ़ के ख्यालात क्रोध आदिक नूं निवार के सहज सुभाव विच आके, टिका विच आके घट्टो घट उन्ना समा जरूर सहज सुभाव रहना चाहिए। क्योंकि सहज सुभाव विच पढ़ी हुई बाणी बहुत जल्दी असर करती है। ते जे साध संगत मन की हालत होर तरह की होवे फिर बाणी काम ते जरूर करदी, भावें किवें दी हालत विच पढ़ो, पर फिर बहुत काम विच देर हो जाती, समा बहुत लगता। इस करके कहते सहज सुभाए गाउणे चाहिए। सहज सुभाए नानक गुण गाओ। ते सवाल करन वाले बहुत ही सुचेत ने, क्योंकि सारी बाणी सवालों के जवाब विच उचारी है। सुनन वाला सिख पुछदा है उन्होंने गुण गाउण नाल की मिलेगा, ते सतगुरु जवाब देंदे हन, गुण गावत तेरी उतरस मैल, बिन सजाए हों मैं बिख फैल। कई बारी असीं कहने हाँ इस बंदे दे शरीर विच जहर फैल गया, हुण इहदे बचन की संभावना नहीं। पहला एक थां ते सी। कहंदे ने जे कोई मनुख गुण गाएगा ना तो वो भी मैल उतर जाएगी, जिहड़ी हौमै बिख फैल, जिहड़ी बिख दा अर्थ है जहर, फैल दा अर्थ है फैली हुई। सारे जीवन दे उत्ते जिहड़ी हौमै दी जिहड़ी जहर है ना फैली हुई है, जिहड़ी नाम उहनूं भी पूंझ देगा, उहनूं भी ला देगा, साफ कर देगा। गुण गावत तेरी उतरस मैल, बिन सजाए खत्म हो जाएगी। हौमै बिख फैल, जिहड़ी हंकार दी मैल फैली हुई है सारे जीवन विच। होए अचिंत बसै सुख नाल, सास गरास हर नाम समाल। अचिंतताई बेपरवाही तेरी दात वो परमात्मा दी मिलेगी, सुख नाल वसेगा। और सास गरास लगातार निरंतर ही, जिहदे विच गैब नहीं आउंदा, सास गरास उहनूं कहंदे ने। आ जिहड़ा बहुता खिच खचा के नाम जपना है ना, साध संगत ते गुरु साहब ने नहीं क्या किते। चलो जे किसी नूं लाभ देंदा है थोड़े चिर वास्ते, आरंभता विच दे सकदा लाभ, कोई शक नहीं। कुछ विधियां ने, कुछ तरीके ने जिहदे नाल मन नूं कंट्रोल किया जा सकदा। उन्हां दी वरतों माड़ी नहीं, गुरसिख कर लैंदे ने, पर यह ना सोचना है सास गरास नाम हुंदा है। सास गरास होर चीज़ है। सास गरास उहनूं कहंदे जदों सवास भी नहीं रहिंदे उदों भी वह नाम रहिंदा है, उहनूं सवास गरास कहंदे। जिहड़ा नाम सवासां नाल ही बझा है तो उन्ना चिर ही चलना जिन्ना चिर सवास चलने ने, फिर की करेगा वो।
ਸਵਾਸ ਤੇ ਗਿਣੇ ਹੋਏ ਨੇ ਨਾ, ਅਸੀਂ ਆਪ ਕਹਿੰਦੇ ਹਾਂ ਜਿੰਨਾ ਚਿਰ ਸਮਾਂ ਉਹਨਾਂ ਚਿਰ ਹੀ ਚੱਲਣੇ। ਇਹਦਾ ਮਤਲਬ ਇਹ ਨਾਮ ਵੀ ਉਹਨਾਂ ਚਿਰ ਹੀ ਚੱਲੇਗਾ ਜਿੰਨਾ ਚਿਰ ਸਵਾਸ। ਇਹ ਤਰੀਕੇ ਸਨ ਗੁਰਮੁਖਾਂ ਨੇ ਕੱਢੇ ਤਾਂ ਕਿ ਕਿਸੇ ਤਰ੍ਹਾਂ ਮਨ ਨੂੰ ਥੋੜ੍ਹਾ ਜਿਹਾ ਕੰਟਰੋਲ ਕੀਤਾ ਜਾਏ। ਇਸ ਨੂੰ ਸੰਪੂਰਨਤਾ ਨਹੀਂ ਸਮਝਣਾ ਚਾਹੀਦਾ। ਜਿਹੜਾ ਨਾਮ ਸਤਿਗੁਰੂ ਕਹਿ ਰਹੇ ਨੇ ਉਹਦਾ ਸਰੀਰ ਨਾਲ, ਸਵਾਸਾਂ ਨਾਲ, ਮਨ ਨਾਲ ਕੋਈ ਸੰਬੰਧ ਨਹੀਂ ਬਹੁਤਾ। ਉਹ ਇਸ ਤੋਂ ਵੀ ਅੱਗੇ ਜਾ ਕੇ ਕੰਮ ਕਰਦਾ, ਇਹਨਾਂ ਦੇ ਰਾਹੀਂ ਪ੍ਰਵੇਸ਼ ਕਰਦਾ ਅੰਦਰ, ਸਰੀਰ ਦੇ ਰਾਹੀਂ ਗੁਰੂ ਤੋਂ ਪ੍ਰਾਪਤ ਕਰਕੇ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਕਿ ਸਾਸ ਗਰਾਸ ਹਰ ਨਾਮ ਸੰਭਾਲ। ਸੰਭਾਲ ਦਾ ਅਰਥ ਹੈ ਅੰਦਰ ਟਿਕਾ ਕੇ ਰੱਖ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਭਾਵੈ ਸੱਚ ਧਨਾ। ਹੇ ਮੇਰੇ ਮਨ, ਤੂੰ ਆਪਣੇ ਅੰਦਰੋਂ ਚਤੁਰਾਈਆਂ ਨੂੰ ਕੱਢ ਦੇ, ਤਿਆਗ ਦੇ, ਔਰ ਸਾਧ ਸੰਗਤ ਵਿੱਚ ਸੱਚੇ ਧਨ ਨੂੰ ਪ੍ਰਾਪਤ ਕਰ ਲੈ। ਉਥੋਂ ਤੈਨੂੰ ਪ੍ਰਾਪਤ ਹੋ ਜਾਏਗਾ। ਹਰ ਪੂੰਜੀ ਸੰਚ ਕਰੋ ਵਿਵਹਾਰ। ਫਿਰ ਤੂੰ ਇਹਦਾ ਵਪਾਰ ਕਰੀ, ਇਹਨੂੰ ਹੋਰ ਵਧਾਈ, ਜਿੰਨਾ ਮਰਜ਼ੀ ਇਕੱਠਾ ਕਰ ਲੈ, ਇਹ ਪੂੰਜੀ ਬਣ ਜਾਏਗੀ, ਸੰਚਿਤ ਹੋ ਜਾਏਗਾ, ਇਕੱਠਾ ਹੋ ਜਾਏਗਾ। ਇਹਦੇ ਨਾਲ ਕੀ ਪ੍ਰਾਪਤੀ ਹੋਵੇਗੀ? ਕਹਿੰਦੇ ਇਹਾਂ ਸੁਖ ਦਰਗਹਿ ਜੈਕਾਰ। ਇੱਥੇ ਤੈਨੂੰ ਸੁਖ ਮਿਲੇਗਾ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਜਦੋਂ ਤੂੰ ਜਾਏਗਾ ਉੱਥੇ ਤੈਨੂੰ ਜੈ ਜੈਕਾਰ, ਇੱਜ਼ਤ ਮਿਲੇਗੀ। ਸਰਬ ਨਿਰੰਤਰ ਏਕੋ ਦੇਖ, ਕਉ ਨਾਨਕ ਜਾਂ ਕੈ ਮਸਤਕ ਲੇਖ। ਹੁਣ ਆਪਣੀ ਦ੍ਰਿਸ਼ਟੀ ਦੁਆਰਾ ਸਾਰਿਆਂ ਦੇ ਵਿੱਚ ਇੱਕ ਦੇ ਦਰਸ਼ਨ ਕਰ। ਉਹ ਇੱਕ ਸਮਾਇਆ ਔਰ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਮਸਤਕ ਤੇ ਪੂਰਾ ਗੁਰੂ ਆਪਣੇ ਵੱਲੋਂ ਲੇਖ ਉਕਰਦਾ ਹੈ। ਗੁਰੂ ਕੋਲ ਇੱਕ ਕਲਮ ਹੈ ਜਿਹੜਾ ਆਪ ਲਿਖਦਾ ਹੈ। ਗੁਰੂ ਦੇ ਕੋਲ ਇੱਕ ਕਲਮ ਹੈ ਜਿਹੜਾ ਨਵੇਂ ਲੇਖ ਲਿਖਦਾ, ਪੁਰਾਣੇ ਮਿਟਾਉਂਦਾ ਹੈ। ਉਹ ਲਿਖੇ ਜਾਣਗੇ। ਹਜ਼ੂਰ ਕਹਿੰਦੇ ਏਕੋ ਜਪ, ਇੱਕ ਨੂੰ ਜਪ, ਇੱਕ ਨੂੰ ਬੋਲ। ਇਹ ਬਹੁਤ ਜ਼ਰੂਰੀ ਹੈ, ਇਹ ਨੀਂਹ ਹੈ ਤੇਰੇ ਜੀਵਨ ਦੀ। ਏਕੋ ਸਾਲਾਹੇ, ਫਿਰ ਇੱਕ ਦੀ ਸਿਫਤ ਸਲਾਹ ਕਰ, ਇੱਕ ਦੀ ਵਡਿਆਈ ਕਰ। ਉਹਨੂੰ ਜਪਣਾ ਤੇ ਉਹਦੀ ਵਡਿਆਈ ਕਰਨੀ, ਇਹ ਦੋ ਕਾਰਜ ਅਤ ਜ਼ਰੂਰੀ ਨੇ ਗੁਰਸਿੱਖ ਦੇ ਜੀਵਨ ਵਿੱਚ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ। ਇੱਕ ਨੂੰ ਸਿਮਰ, ਇੱਕ ਨੂੰ ਯਾਦ ਕਰ, ਇੱਕ ਨੂੰ ਚੇਤੇ ਵਿੱਚ ਲਿਆ। ਸਾਰੀਆਂ ਚੀਜ਼ਾਂ ਬਦਲ ਬਦਲ ਕੇ ਸਤਿਗੁਰੂ ਨੇ ਤਾਂ ਕਹੀਆਂ ਨੇ ਕਿਉਂਕਿ ਇਹਨਾਂ ਵਿੱਚ ਕਿਤੇ ਨਾ ਕਿਤੇ ਫਰਕ ਹੈ। ਚੇਤੇ ਕਰਨਾ, ਯਾਦ ਕਰਨਾ, ਸਿਮਰਨ ਕਰਨਾ, ਜਪਣਾ, ਤਾਂ ਕਿ ਇਹਨਾਂ ਦੇ ਵਿੱਚ ਸਿੱਖ ਅੱਗੇ ਵੱਧ ਸਕੇ। ਉਹਦਾ ਸਿਮਰਨ ਕਰ, ਉਹਨੂੰ ਸਿਮਰ, ਉਹਨੂੰ ਯਾਦ ਕਰ, ਉਹਨੂੰ ਚੇਤੇ ਵਿੱਚ ਰੱਖ। ਉਹ ਇੱਕ ਮਨ ਦੇ ਵਿੱਚ ਆਹੇ, ਮਨ ਦੇ ਵਿੱਚ ਟਿਕਾ। ਹਜ਼ੂਰ ਕਹਿੰਦੇ ਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਉਸ ਇੱਕ ਵਾਹਿਗੁਰੂ ਦੇ ਗੁਣ ਗਾ ਜੋ ਅਨੰਤ ਤਰੰਗਾਂ ਬਣ ਕੇ ਇਸ ਸੰਸਾਰ ਵਿੱਚ ਫੈਲਿਆ ਹੋਇਆ, ਜਿਹਦੇ ਅਨੇਕ ਗੁਣ ਨੇ। ਔਰ ਉਸ ਨੂੰ ਮਨ ਤੇ ਤਨ ਦੁਆਰਾ ਜਾਪ, ਤਨ ਦੁਆਰਾ ਜਪਣਾ, ਮਨ ਦੁਆਰਾ ਜਪਣਾ ਤੇ ਤਨ ਦੁਆਰਾ, ਇੱਕ ਇੱਕ ਅੰਗ ਦੁਆਰਾ ਜਪਣਾ। ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਗੁਰਮੁਖ ਰੋਮ ਰੋਮ ਹਰਿ ਧਿਆਵੈ, ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਕੜ ਕਢਾਵੈ। ਇਹਨੂੰ ਕਹਿੰਦੇ ਸਾਰੇ ਸਰੀਰ ਦੁਆਰਾ ਜਪਣਾ। ਜਿਹੜੇ ਗੁਰੂ ਕੇ ਸਿੱਖ ਨੇ ਉਸ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰੇ ਸਰੀਰ ਨਾਲ ਹੀ ਜਪ ਲੈਂਦੇ ਨੇ। ਇਹ ਉਹਨਾਂ ਦੀ ਦਸ਼ਾ ਹੈ। ਉਹਨਾਂ ਦਾ ਕੋਈ ਖਾਸ ਇੱਕ ਥਾਂ ਨਹੀਂ ਰਹਿੰਦਾ ਵੀ ਉਹ ਕਾਹਦੇ ਨਾਲ ਪੇ ਜਪਦੇ ਨੇ। ਸਾਰਾ ਸਰੀਰ ਉਹਨਾਂ ਦਾ ਜਪੀ ਜਾਂਦਾ। ਗੁਰਬਾਣੀ ਵਿੱਚ ਬਚਨ ਆਉਂਦੇ ਨੇ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਕਰਾਂ ਉੱਪਰ ਹੱਥਾਂ ਦੇ ਉੱਤੇ। ਉਹਨਾਂ ਦੇ ਹੱਥਾਂ ਦੀਆਂ ਉਂਗਲਾਂ ਵੀ ਉਹਨੂੰ ਜਪੀ ਜਾਂਦੀਆਂ ਨੇ, ਸਾਰਾ ਸਰੀਰ। ਇਸ ਤਰ੍ਹਾਂ ਉਹ ਇੱਕ ਇੱਕ ਰੋਮ ਦੁਆਰਾ ਉਹਦਾ ਸ਼ੁਕਰਾਨਾ ਕਰਦੇ ਨੇ, ਉਸ ਨੂੰ ਜਪਦੇ ਨੇ ਇੱਕ ਭਗਵੰਤ ਨੂੰ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਇਸ ਤਰ੍ਹਾਂ ਦੀ ਜਿਹਦੇ ਤੇ ਕਿਰਪਾ ਹੋ ਜਾਏ, ਕਹਿੰਦੇ ਸਾਰੇ ਥਾਵਾਂ ਤੇ ਉਹਨੂੰ ਇੱਕ ਤੇ ਦੀਦਾਰ, ਇੱਕ ਹੀ ਸਾਰਿਆਂ ਥਾਵਾਂ ਤੇ ਵਿਆਪਿਆ ਹੋਇਆ।
ਪੂਰਿਆ ਹੋਇਆ, ਭਰਿਆ ਹੋਇਆ। ਪੂਰਨ ਪੂਰ ਰਹਿਓ। ਪੂਰਨ ਪੂਰ ਦਾ ਅਰਥ ਹੈ ਭਰਿਆ ਹੋਇਆ, ਜਿਵੇਂ ਕਿਸੇ ਭਾਂਡੇ ਵਿੱਚ ਪਾਣੀ ਭਰੀਦਾ ਹੈ, ਇਸ ਤਰ੍ਹਾਂ ਸਾਰੇ ਥਾਵਾਂ ਤੇ ਉਹਨੂੰ, ਸਭ ਥਾਵਾਂ ਤੇ ਉਹ ਭਰਿਆ ਹੋਇਆ ਪ੍ਰਤੀਤ ਹੁੰਦਾ ਹੈ। ਸਾਹਿਬ ਕਹਿੰਦੇ ਨੇ ਵਿਆਪ ਦਾ ਅਰਥ ਹੈ ਵਿਆਪਿਆ ਹੋਇਆ, ਸਾਰਿਆਂ ਥਾਵਾਂ ਤੇ ਟਿਕਿਆ ਹੋਇਆ। ਫਿਰ ਕਹਿੰਦੇ ਅਨੇਕ ਵਿਸਥਾਰ ਏਕ ਤੇ ਭਏ। ਆ ਕਿੰਨੇ ਵਿਸਥਾਰ ਨੇ, ਕਿੰਨਾ ਕੁ ਸੰਸਾਰ ਹੈ, ਕਿੰਨੀ ਪ੍ਰਕਾਰ ਦੀ ਬਨਸਪਤੀ ਹੈ, ਕਿੰਨੀ ਪ੍ਰਕਾਰ ਦੇ ਤਾਰੇ ਸਿਆਰੇ ਨੇ, ਕਿੰਨੀ ਪ੍ਰਕਾਰ ਦੇ ਮਨੁੱਖ ਤੇ ਜੀਵ ਜੰਤੂ ਨੇ। ਇਹਨਾਂ ਸਾਰਿਆਂ ਦਾ ਧਾਗਾ ਸਿਰਫ ਕਿਤੇ ਇੱਕ ਥਾਂ ਤੇ, ਉਹਦੇ ਵਿੱਚੋਂ ਵਿਸਤਾਰ ਹੋਇਆ, ਉਹਦੇ ਵਿੱਚੋਂ ਸਭ ਕੁਝ ਨਿਕਲਿਆ। ਤਾਂ ਇਸ ਤਰ੍ਹਾਂ ਕਹਿੰਦੇ ਅਨੇਕ ਵਿਸਥਾਰ ਏਕ ਤੇ ਭਏ। ਇੱਕ ਵਿੱਚੋਂ ਸਾਰੇ ਵਿਸਥਾਰ ਹੋਏ ਨੇ, ਭਾਵ ਸਾਰਾ ਕੁਝ ਜਨਮਿਆ। ਏਕ ਅਰਾਧ ਪਰਾਛਤ ਗਏ। ਪਰਾਛਤ ਦਾ ਅਰਥ ਹੈ ਵਿਗਣ। ਉਸ ਇੱਕ ਨੂੰ ਅਰਾਧਿਆਂ ਅਰਾਧਿਆਂ, ਜਪਦਿਆਂ ਜਪਦਿਆਂ, ਸਿਮਰਦਿਆਂ ਜੀਵਨ ਦੇ ਵਿੱਚ ਜਿਹੜੇ ਪ੍ਰਾਸ਼ਤ ਨੇ ਨਾ, ਪ੍ਰਾਸ਼ਤ ਦਾ ਭਾਵ ਜਿਹੜੀਆਂ ਰੁਕਾਵਟਾਂ ਨੇ, ਗਏ ਦਾ ਅਰਥ ਹੈ ਖਤਮ ਹੋ ਗਈਆਂ। ਜ਼ਿੰਦਗੀ ਦੇ ਸਾਰੇ ਵਿਘਨ ਨਾਸ਼ ਹੋ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਐਸੇ ਮਨੁੱਖ ਦੇ ਮਨ ਵਿੱਚ ਔਰ ਤਨ ਵਿੱਚ ਵੀ, ਸਰੀਰ ਵਿੱਚ ਵੀ, ਭਾਵੇਂ ਇਹ ਸਰੀਰ ਨਾਸ਼ਮਾਨ ਹੈ, ਪਰ ਜਿਹੜੇ ਅਕਾਲ ਪੁਰਖ ਦੇ ਨਾਮ ਨਾਲ ਜੁੜੇ ਨੇ, ਉਹਨਾਂ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ, ਸਰੀਰ ਵੀ ਕੰਚਨ ਵਰਗਾ ਹੋ ਜਾਂਦਾ। ਉਹਨਾਂ ਦੇ ਤਨ ਦੇ ਵਿੱਚ ਵੀ ਉਹ ਰਮਿਆ ਹੋਇਆ, ਰੰਗਿਆ ਹੋਇਆ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਇਹ ਦਾਤ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਰਹਿਮਤ ਦੁਆਰਾ ਮਿਲਦੀ ਹੈ। ਕਿਉਂਕਿ ਇਹਨਾਂ ਥਾਵਾਂ ਤੇ ਬਹੁਤ ਸਾਰੀਆਂ ਚੀਜ਼ਾਂ ਲੁਭਾਏਮਾਨ ਨੇ, ਜਿਨ੍ਹਾਂ ਨੂੰ ਵੇਖ ਕੇ ਹਰ ਇੱਕ ਦਾ ਮਨ ਕਰਦਾ ਕਿ ਇਹ ਅਵਸਥਾ ਜਿਹੜੀਆਂ ਮੇਰੇ ਵਿੱਚ ਹੋਣ। ਪਰ ਸਤਿਗੁਰੂ ਸੁਚੇਤ ਕਰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਨਾਨਕ ਇੱਕ ਜਾਤਾ। ਜਾਤਾ ਦੇ ਅਰਥ ਨੇ ਜਾਣ ਲਿਆ, ਪਹਿਚਾਨ ਲਿਆ, ਮਹਿਸੂਸ ਕਰ ਲਿਆ ਉਸ ਇੱਕ ਨੂੰ, ਜਿਹੜਾ ਕਿ ਸਾਰਿਆਂ ਦੇ ਵਿੱਚ ਵਿਦਮਾਨ ਤੇ ਸਮਾਇਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜੀਵਨ ਕੋਰਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਨੰਬਰ 9815 78122 ਤੇ ਆਪ ਜੀ ਸੰਪਰਕ ਕਰਕੇ ਕੋਰਸ ਪ੍ਰਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੋਰਸ ਕਰਨ ਦੇ ਜੋ ਤਰੀਕੇ ਹਨ, ਆਪ ਜੀ ਡਾਕ ਰਾਹੀਂ ਕਿਤਾਬਾਂ ਮੰਗਵਾ ਕੇ ਆਪਣੇ ਘਰ ਬੈਠੇ ਇਹ ਕੋਰਸ ਕਰ ਸਕਦੇ ਹੋ, ਜਾਂ ਫਿਰ ਵਿਦੇਸ਼ਾਂ ਵਿੱਚ ਜੋ ਸੰਗਤਾਂ ਹਨ ਜਾਂ ਜੋ ਪੰਜਾਬ ਤੋਂ ਦੂਰ ਹਨ, ਉਹਨਾਂ ਲਈ ਗਿਆਨੀ ਜੀ ਵੱਲੋਂ ਆਪਣੇ ਨਾਮ ਤੇ ਜੋ ਵੈਬਸਾਈਟ ਹੈ www.gyanikulwantsingh.com, ਇਸ ਵੈਬਸਾਈਟ ਉੱਪਰ ਤੁਸੀਂ ਔਨਲਾਈਨ ਵੀ ਕੋਰਸ ਕਰ ਸਕਦੇ ਹੋ। ਗੁਰਮੁਖ ਜੀਵਨ ਕੋਰਸ ਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਜਾਂ ਕਿਤਾਬਾਂ ਮੰਗਵਾਉਣ ਲਈ 9815 78122 ਉੱਪਰ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।